Gentlemen, my name is Garrison Grewal from NRA Press Club, NRA Press News Media, NRA Presscom, Los Angeles, California. Welcome to all our NRA Press Club team participants. And our today's topic is Punjab University into Central University, number one topic. Number two, Agni Paths scheme, बड़ा मिलिट्री ਦੇ ਵਿੱਚ ਭਰਤੀ ਦਾ ਬੜੀਆਂ ਸਟ੍ਰਾਈਕਾਂ ਹੋ ਰਹੀਆਂ ਅੱਗੇ ਲੱਗ ਰਹੀਆਂ ਨੇ, ਵੈਸੇ ਹੋਣੀਆਂ ਨਹੀਂ ਚਾਹੀਦੀਆਂ। ਨੰਬਰ 3 ਭਗਵੰਤ ਮਾਨ ਆ ਕਿ ਮੇਕਿੰਗ ਏ ਹਿਸਟਰੀ ਕਿ ਬੜਾ ਕਰਪਸ਼ਨ ਨੂੰ ਪਤਾ ਨਹੀਂ ਕਿਸ ਤਰ੍ਹਾਂ ਅੱਗੇ ਜਾਣਾ ਹੈਗਾ, ਤੁਸੀਂ ਦੱਸੋਗੇ। ਪਰ ਇਹ ਆਪਣੇ ਕੋਲੇ 4 ਟੌਪਿਕ ਹੈਗੇ ਆ। ਪਹਿਲਾਂ ਸ਼ੁਰੂ ਕਰ ਦਿੰਦੇ ਆ ਕਿ ਪੰਜਾਬ ਯੂਨੀਵਰਸਿਟੀ ਆ ਜਿਹੜੀ, ਉਹਨੂੰ ਕੀ ਲੋੜ ਪੈ ਗਈ ਸੈਂਟਰਲ ਯੂਨੀਵਰਸਿਟੀ ਕਰਦੇ, ਐਡੀ ਵੱਡੀ ਪੁਰਾਣੀ ਯੂਨੀਵਰਸਿਟੀ ਆ। ਪਿਸ਼ੌਰਾ ਸਿੰਘ ਜੀ ਪਲੀਜ਼। ਇੱਕ ਇਹ ਇੰਜ ਲੱਗਦਾ ਵੀ ਇਹ ਸਰਕਾਰ ਜਿਹੜੀ ਹੈ ਨਾ, ਇਹ ਕੱਚ ਚੋਂ ਉਂਗਲੀ ਮਾਰਨ ਦੇ ਵਿੱਚ ਨਾ ਬੜੀ ਜਿਹੜੀ ਆ ਉਹ ਐਕਸਪਰਟ ਆ। ਮਤਲਬ ਉਹ ਗੱਲ ਜਿਹੜੀ ਆ ਉਹ ਕਰਦੀ ਜਿਹੜੀ ਮਤਲਬ ਉਹ ਅਨਐਕਸਪੈਕਟਡ ਹੈ ਜਿਹੜੀ ਹੈਗੀ। ਹੁਣ ਇਹ ਵੇਖੋ, ਇਹ ਜਿਹੜਾ ਮੈਂ ਆਪਣੀ ਰਾਏ ਨਾਲੋਂ ਮੈਂ ਪੰਜਾਬ ਦੇ ਚੀਫ ਮਿਨਿਸਟਰ ਦੇ ਜਿਹੜੇ ਜੋ ਉਹਨੇ ਆਖਿਆ ਉਹ ਮੈਂ ਤੁਹਾਨੂੰ ਰਿਪੀਟ ਕਰਦਾ। ਉਹਨੇ ਭਗਵੰਤ ਮਾਨ ਦਾ ਮਤਲਬ ਬਿਆਨ ਹੈਗਾ ਕਿ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੀ ਵੱਡਮੁੱਲੀ ਵਿਰਾਸਤ ਹੈ, ਪੰਜਾਬ ਦਾ ਇੱਕ ਅਹਿਮ ਹਿੱਸਾ ਹੈ, ਪੰਜਾਬੀਆਂ ਦੀਆਂ ਭਾਵਨਾਵਾਂ ਸੰਸਥਾ ਨਾਲ ਬੇਹੱਦ ਜੁੜੀਆਂ ਹਨ। ਸੋ ਕੇਂਦਰੀ ਮੰਤਰੀ ਨੂੰ, ਮਾਨਯੋਗ ਕੇਂਦਰੀ ਮੰਤਰੀ ਨੂੰ ਉਹਨਾਂ ਨੇ ਅਪੀਲ ਕੀਤੀ ਆ ਵੀ ਇਸ ਚੀਜ਼ ਨੂੰ ਜਿਹੜਾ ਹੈ ਨਾ ਇੱਥੇ ਬੰਦ ਕੀਤਾ ਜਾਵੇ। ਔਰ ਦੂਜਾ ਇਹ ਹੈ ਵੀ ਇਹ ਕੋਈ ਇਹ ਲਾਹੌਰ ਵਾਲੀ ਯੂਨੀਵਰਸਿਟੀ ਜਿਹੜੀ ਆ ਉਹ ਇੱਥੇ ਆਈ ਆ, ਇੱਥੇ ਮਿਲੀ ਆ। ਔਰ ਰੀਆਰਗਨਾਈਜੇਸ਼ਨ ਦੇ ਵਿੱਚ ਵੇਲੇ ਪਾਰਲੀਮੈਂਟ ਐਕਟ ਦੇ ਨਾਲ ਯੂਨੀਵਰਸਿਟੀ ਜਿਹੜੀ ਆ ਉਹਦੀ ਐਸਟੈਬਲਿਸ਼ਮੈਂਟ ਇੱਥੇ ਹੋਈ ਆ। ਉਹਨੂੰ ਤੁਸੀਂ ਐਵੇਂ ਮਤਲਬ ਇਸ ਤਰ੍ਹਾਂ ਕਰਕੇ ਲੈ ਲੋਗੇ ਜਾਂ ਉਹਨੂੰ ਇੱਧਰ ਕਰ ਦੋਗੇ ਉੱਧਰ ਕਰ ਦੋਗੇ, ਇਹ ਤਾਂ ਫਿਰ ਉਹ ਨਜਾਇਜ਼ ਗੱਲ ਹੀ ਹੈ ਨਾ, ਵਾਅਦੇ ਵਾਲੀ ਗੱਲ ਹੀ ਹੈ ਨਾ। ਇਹ ਤਾਂ ਉਹੀ ਹੈ ਨਾ, ਇਹ ਹੈ ਵੀ ਇਹ ਫੈਸਲਾ ਸਰਕਾਰ ਜਿਹੜੀ ਆ ਉਹਦੇ ਇੱਕ ਹੱਕ 'ਚ ਲੈ ਲੈਂਦੀ ਆ, ਉਹ ਤੋਂ ਬਾਅਦ ਫਿਰ ਉਹ ਐਕਸਪਲੇਨ ਕਰਦੇ ਰਹਿੰਦੇ ਨੇ। ਇਹ ਤਾਂ ਬਹੁਤ ਵਧੀਆ ਸੀ, ਬੜੀ ਚੰਗੀ ਗੱਲ ਸੀ, ਔਰ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ। ਤੇ ਇਹ ਦਿਸ ਇਜ਼ ਵਨ ਆਫ ਦੋਸ। ਓਕੇ, ਥੈਂਕ ਯੂ ਜੀ ਪਿਸ਼ੌਰਾ ਸਿੰਘ। ਚੀਮਾ ਸਾਹਿਬ, ਵਕੀਲ ਸਾਹਿਬ, ਹਾਂ ਤੁਸੀਂ ਚਲੋ ਸਰ। ਥੈਂਕ ਯੂ ਜੀ। ਇਹਦਾ ਮੈਨੂੰ ਐਗਜ਼ੈਕਟ ਟਾਈਮਿੰਗ ਤਾਂ ਨਹੀਂ ਪਤਾ, ਪਰ ਇੰਨਾ ਪਤਾ ਕਿ ਜਦੋਂ ਮਨਮੋਹਨ ਸਿੰਘ ਸੈਂਟਰ ਸੀ ਔਰ ਪ੍ਰਕਾਸ਼ ਸਿੰਘ ਬਾਦਲ ਇੱਥੇ CM ਸੀ, ਉਦੋਂ ਵੀ ਇਹਨਾਂ ਨੂੰ ਪੜ੍ਹੇ ਲਿਖੇ ਲੋਕਾਂ ਨੇ ਕੰਨਾਂ 'ਚ ਫੂਕ ਮਾਰ ਕੇ ਉਦੋਂ ਵੀ ਇਹ ਕਨਸੈਪਟ ਸਲਾਹ ਦਿੱਤੀ ਸੀ ਕਿ ਇਹਨੂੰ ਆਪਾਂ ਸੈਂਟਰ ਦੀ ਯੂਨੀਵਰਸਿਟੀ ਬਣਾ ਦਈਏ। ਉਦੋਂ CM ਬਾਦਲ ਨੇ ਲੈਟਰ ਵੀ ਲਿਖੀ ਸੀ ਸੈਂਟਰ ਨੂੰ, ਤੇ ਜਦੋਂ ਐਕਸਪੋਜ਼ ਹੋ ਕੇ ਪ੍ਰੈਸ਼ਰ ਪਿਆ ਤਾਂ ਫਿਰ ਉਹਨਾਂ ਨੂੰ ਰੀਟਵੀਟ ਕਰਨਾ ਪਿਆ ਸੀ। ਬੇਸਿਕਲੀ ਗੌਰਮੈਂਟਾਂ ਇਹ ਫਾਰਮੈਲਿਟੀਆਂ ਕਰਦੀਆਂ ਨੇ, ਇਹ ਪੈਸੇ ਦੇਣ ਤੋਂ ਖਰਚ ਬਚਾਉਂਦੀਆਂ ਨੇ। ਉਹ ਚਾਹੁੰਦੇ ਨੇ ਸਾਡਾ ਇਹ ਖਰਚਾ ਜਿਹੜਾ ਥੋੜ੍ਹਾ ਬਹੁਤਾ ਵੀ ਦੇਣਾ ਪੈਂਦਾ ਪੰਜਾਬ ਯੂਨੀਵਰਸਿਟੀ ਨੂੰ, ਉਹ ਨਾ ਦੇਣਾ ਪਏ ਤੇ ਸੈਂਟਰ ਚੱਕ ਲਏ। ਪਰ ਪਬਲਿਕ ਪ੍ਰੈਸ਼ਰ ਹੁੰਦਾ, ਇਸ ਕਰਕੇ ਉਹ ਅੱਗੇ ਪਿੱਛੇ। ਪਰ ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਹੈ, ਇਹਦੇ ਵਿੱਚ ਇੱਕ ਤਾਂ ਹੈਗਾ ਕਿ ਉਹ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਪਾਸੇ ਕਰਨਾ। ਜਿਵੇਂ ਪਿੱਛੇ BBMB ਦਾ ਵੀ ਇਸ਼ੂ ਹੋਇਆ ਹੈਗਾ, ਚੰਡੀਗੜ੍ਹ ਦੇ ਵਿੱਚ EMPLOYEES ਦਾ ਇਸ਼ੂ ਕਰ ਲਿਆ ਹੈਗਾ। ਮਤਲਬ ਕਿ ਜਿੰਨੇ ਕੁ ਰਾਈਟ ਇਹਨਾਂ ਤੋਂ ਖੋਏ ਜਾ ਸਕਦੇ ਕਰਨੇ ਆ। ਹੁਣ ਕੋਰਟ ਦੇ ਵਿੱਚ ਮੈਟਰ ਹੈਗਾ ਕਿ ਉਹਨੇ ਕਿਹਾ ਵੀ ਇੰਨੀ ਡੇਟ ਤੱਕ, ਅਗਸਤ ਤੱਕ ਦੱਸੋ ਵੀ ਇਹਨੂੰ ਕਿਉਂ ਨਾ ਸੈਂਟਰ ਯੂਨੀਵਰਸਿਟੀ ਬਣਾ ਦਿੱਤਾ ਜਾਏ। ਔਰ ਅਜੇ ਤੱਕ ਪੰਜਾਬ ਗੌਰਮੈਂਟ ਉਸੇ ਪਾਰਟੀ ਨਹੀਂ ਬਣੀ। ਜੇ ਸਟੂਡੈਂਟ ਨੇ ਪ੍ਰੋਟੈਸਟ ਕਰਕੇ ਕੀਤਾ ਤਾਂ AG ਉਹਨਾਂ ਜਿਹੜਾ OSD ਸੀ ਉਹ ਕਹਿੰਦਾ ਅੱਛਾ ਪੰਜਾਬ ਗੌਰਮੈਂਟ ਪਾਰਟੀ ਨਹੀਂ ਬਣੀ, ਮੀਨਸ ਦੇ ਆਰ ਆਸਕਿੰਗ ਕੁਐਸਚਨ, ਸਿਲੀ ਕੁਐਸਚਨ। ਇਹਦਾ ਮਤਲਬ ਹੁਣ ਲੈਟਰ ਕੱਢਣੀ ਜਾਂ ਅਪੀਲ ਕਰਨੀ, ਦੈਟ ਇਜ਼ ਅ ਡਿਫਰੈਂਟ ਸਟੋਰੀ। ਪਰ ਐਕਸ਼ਨ ਕੀ ਕਰਦੇ ਉਦੋਂ ਤੱਕ ਅਸੀਂ ਦੇਖਾਂਗੇ ਕਿ ਪਾਰਟੀ ਬਣ ਕੇ ਕੋਰਟ 'ਚ ਜਾ ਕੇ ਉੱਥੇ ਕੀ ਸਟੈਂਡ ਲੈਂਦੇ ਨੇ। ਅਦਰਵਾਈਜ਼ ਤਾਂ ਵਨ ਵੇ ਉਹ UT ਹੈਗੀ ਹੈ ਤੇ ਉਹ ਕਰੇ, ਕਿਉਂਕਿ ਉੱਥੇ EMPLOYEES ਨੇ, ਉਹਨਾਂ ਨੂੰ ਫਾਇਦਾ ਹੁੰਦਾ। ਉਹ ਕਹਿੰਦੇ ਹਾਂ ਜੀ ਬਣਾ ਦਿਓ, ਕਿਉਂਕਿ ਸਾਡੀ ਰਿਟਾਇਰਮੈਂਟ ਏਜ 5 ਸਾਲ ਵੱਧਦੀ ਹੈਗੀ ਹੈ, ਸਾਨੂੰ ਬੈਨੀਫਿਟ ਜ਼ਿਆਦਾ ਮਿਲਦੀ, ਇਨਕਮ ਜ਼ਿਆਦਾ ਮਿਲਦੀ ਹੈ। ਔਰ ਜਿਹੜਾ ਸੈਂਟਰ ਹੈਗਾ ਇਹੋ ਜਿਹੀਆਂ ਬੁਰਕੀਆਂ ਪਾ ਕੇ ਉਹਨਾਂ ਨੂੰ ਆਪਣੇ ਨਾਲ ਆ ਰਹੇ, ਇਸੇ ਕਰਕੇ EMPLOYEE ਉਹਨੇ ਨਾਲ ਜੋੜ ਲੈਣੇ। ਸੋ ਅਲਟੀਮੇਟ ਕਿਉਂਕਿ BJP ਦਾ ਜਾਂ ਗੌਰਮੈਂਟ ਦਾ ਗੇਮ ਪਲਾਨ ਹੈ, ਉਹ ਪੰਜਾਬ 'ਚ ਜਿਵੇਂ ਮਰਜ਼ੀ ਕਰ ਲੈ। ਪੰਜਾਬ ਵੀ ਇੱਕ ਸਟੇਟ ਹੈ ਜਿਹੜੀ ਉਹਨਾਂ ਦੇ ਹੱਥ ਨਹੀਂ ਆਣੀ, ਉਹ ਸਾਰੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨੂੰ ਇਸੇ ਤਰੀਕੇ ਨਾਲ ਥੋੜ੍ਹੀ ਕੱਟ ਲਾਉਣਗੇ। ਚੰਡੀਗੜ੍ਹ ਪਾਰ ਕਰ ਰਹੇ ਨੇ, ਇਸੇ ਹੌਲੀ ਹੌਲੀ ਪੰਜਾਬ ਦੀ ਪਾਵਰਾਂ ਘਟਾਉਣ ਦੀ ਕੋਸ਼ਿਸ਼ ਕਰਨਗੇ। ਜੇ ਗੌਰਮੈਂਟ ਕਿੰਨਾ ਸਟੈਂਡ ਕਰਦੀ ਹੈ ਇਹ ਆਪਾਂ ਫਿਊਚਰ 'ਚ ਦੇਖ ਸਕਦੇ ਹਾਂ, ਪਰ ਪਲੈਨਿੰਗ ਮੈਨੂੰ ਲੱਗਦਾ ਕੁਛ ਇਹੋ ਜਿਹੀ ਹੈ। ਥੈਂਕ ਯੂ ਜੀ ਚੀਮਾ ਸਾਹਿਬ। ਐਕਚੁਅਲੀ ਚੀਮਾ ਸਾਹਿਬ NRA ਬਾਹਰ ਵਰਲਡ ਵਾਈਡ ਵੀ, ਇੰਡੀਆ ਦੇ ਵਿੱਚ ਵੀ ਬੜਾ ਥੋੜਾ ਜਿਹਾ ਜਿਵੇਂ ਹਰਟ ਹੋ ਰਹੇ ਆ ਲੋਕ ਇਹ ਗੱਲਾਂ ਨੂੰ ਸੁਣ ਕੇ ਨਾ। ਉਹਨਾਂ ਨੂੰ ਸਮਝ ਨਹੀਂ ਆ ਰਹੀ ਬਈ ਇਹ ਗੱਲਾਂ ਦੀ ਜ਼ਰੂਰਤ ਕੀ ਹੈਗੀ ਆ। ਲੋਕ ਤਰੱਕੀ ਕਰਨ ਦੀ ਗੱਲ ਕਰਦੇ ਆ, ਕੋਈ ਡਿਫੈਂਸ ਨੂੰ ਕਰਦਾ, ਕੋਈ ਕਿਵੇਂ ਚਲਾਉਂਦਾ। ਇਹ ਪਤਾ ਨਹੀਂ ਕੌਣ ਕੀ ਸ਼ਰਾਰਤਾਂ ਕਰਦੇ ਨੇ, ਰੱਬ ਹੀ ਜਾਣੇ। ਸੁਖਪਾਲ ਜੀ, ਸੁਖਪਾਲ ਸਾਹਿਬ। ਹਾਂਜੀ ਬਿਲਕੁਲ ਜੀ, ਇਹ ਜਿਹੜਾ ਹੈਗਾ ਮਤਲਬ ਬਹੁਤ ਮੰਦਭਾਗੀ ਸੋਚ ਆ ਗਵਰਨਮੈਂਟ ਦੀ। ਵੈਸੇ ਵੀ ਦੇਖਿਆ ਜਾਵੇ ਤਾਂ UT ਵੱਲੋਂ ਆ ਮੈਕਸਿਮਮ ਫੰਡਿੰਗ ਤਾਂ UT ਵੱਲੋਂ ਹੀ ਸੈਂਟਰ ਨੂੰ UT ਦਿੰਦੀ, UT ਨੂੰ ਸੈਂਟਰ ਦਿੰਦੀ ਆ। ਠੀਕ ਹੈ, ਉਹ ਸੈਨੇਟ ਆ ਉਹਨਾਂ ਦੀ,
ਉਹ ਇੱਕ ਹੁਣ ਇਹਨਾਂ ਨੇ ਪੋਲੀਟੀਕਲ ਬਣਾ ਦੇਣਾ ਹੈਗਾ ਤੇ ਜਿੰਨੇ EMPLOYE ਆ ਉਹਨਾਂ ਦਾ ਫੇਵਰ ਵਿੱਚ ਜਾਣਾ, ਉਹਨਾਂ ਨੂੰ ਵਿੱਚ ਰਲਾ ਕੇ ਇਹਨਾਂ ਨੇ ਨਵਾਂ ਪੇ ਕਮਿਸ਼ਨ ਦਾ ਉਹ ਦੇ ਦੇਣਾ, ਠੀਕ ਹੈ। ਬਟ ਪੰਜਾਬ ਲਈ ਮੰਦਭਾਗੀ ਆ ਕਿਉਂਕਿ ਇੱਕ ਤਾਂ ਨਾਂ ਵੀ ਵੱਜਦਾ ਪੰਜਾਬ, ਠੀਕ ਹੈ ਜੀ। ਬਹੁਤ ਇੱਥੇ ਆਪਣੇ ਜ਼ਿਲ੍ਹੇ ਹੈਗੇ ਜਿਹੜੇ ਇੱਧਰਲੇ ਸਾਰੇ ਹੈਗੇ ਆ, ਆਪਣੇ ਦੁਆਬਾ ਹੋ ਗਿਆ, ਆਪਣੇ ਵਿੱਚ ਹੋ ਗਿਆ, ਈਵਨ ਮੁਕਤਸਰ ਵੀ ਜਿਹੜਾ ਹੈਗਾ ਹੈ ਪੰਜਾਬ ਯੂਨੀਵਰਸਿਟੀ ਨਾਲ ਪੈਂਦਾ ਹੈਗਾ। ਇਹਨਾਂ ਨੇ ਇਹੀ ਕਰਨਾ ਹੈਗਾ ਤੇ ਜਿੱਦਾਂ ਜੇ ਤਾਂ ਇਹਨਾਂ ਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੰਦੇ ਆ, ਮਤਲਬ ਇਹਨਾਂ ਨੇ ਪ੍ਰੋਜੈਕਟ ਇਹੀ ਕਰਨਾ ਵੀ ਅਸੀਂ ਇਹਨਾਂ ਨੂੰ ਵੱਧ ਸਹੂਲਤਾਂ ਦੇਵਾਂਗੇ, ਵੱਧ ਫੰਡਿੰਗ ਆਊਗੀ। ਔਰ ਬੈਠਾ ਵੀ ਕੌਣ ਆ ਇੱਦਾਂ ਦੇ ਡਿਸੀਜਨ ਬਣਾਉਣ ਵਾਲੇ? ਉਸ ਹੁਣ ਅਨਪੜ੍ਹ ਲੋਕ ਆ, ਉਹ ਐਜੂਕੇਸ਼ਨ ਦੇ ਖਿੱਤੇ ਤੇ ਐਜੂਕੇਸ਼ਨ ਬਾਰੇ, ਯੂਨੀਵਰਸਿਟੀਆਂ ਬਾਰੇ ਫੈਸਲੇ ਬਣਾ ਰਹੇ ਆ, ਪ੍ਰਪੋਜ਼ਲ ਲਿਆ ਰਹੇ ਆ। ਇਹਦਾ ਮਤਲਬ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਪਾਰਟੀ ਬਣਨਾ ਚਾਹੀਦਾ, ਇਹਨਾਂ ਨੂੰ ਆਪਣਾ ਕਰਨਾ ਚਾਹੀਦਾ। ਪਰ ਪਤਾ ਨਹੀਂ ਕਿੰਨਾ ਕੁ ਲੀਗਲ ਅਖਤਿਆਰ ਹੈਗਾ ਕਿਉਂਕਿ ਇਹ ਯੂਟੀ ਵਿੱਚ ਪੈਂਦੀ ਆ। ਕੌਣ ਫੰਡਿੰਗ ਕਰਦਾ ਮੈਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਹੈਗਾ। ਹਾਂਜੀ ਹਾਂਜੀ ਪੰਜਾਬ ਗਵਰਨਮੈਂਟ ਇਨਵੋਲਵ ਹੁੰਦੀ ਆ, ਲੀਗਲ ਡਿਪਾਰਟਮੈਂਟ ਹੁੰਦਾ, ਐਡਵੋਕੇਟ ਜਨਰਲ ਹੁੰਦਾ ਆ, ਮਤਲਬ ਤੇ ਕੁਛ ਹੱਦ ਤੱਕ ਮਤਲਬ ਲੰਮੀ ਲੜਾਈ ਚੱਲ ਸਕਦੀ ਹੈ। ਓਕੇ, ਥੈਂਕ ਯੂ ਜੀ। ਚੀਮਾ ਸਾਹਿਬ ਨੇ ਵੀ ਦੱਸਿਆ ਫੰਡਿੰਗ ਦੀ ਗੱਲ ਆ ਗਈ, ਥੋੜੀ ਜਿਹੀ ਗੱਲ ਮੈਂ ਗੁਪਤਾ ਸਾਹਿਬ ਤੁਹਾਡੇ ਤੇ ਆ ਰਿਹਾ ਉਸ ਤੋਂ ਬਾਅਦ। ਫੰਡਿੰਗ ਇਹ ਸਾਰੀ ਜਗ੍ਹਾ ਤੇ ਪ੍ਰੋਬਲਮ ਹੋ ਗਈ। ਜਦੋਂ ਮੈਂ ਬੈਚਲਰ ਮਾਸਟਰ ਕੀਤੀ ਉਸ ਵਕਤ ਅੱਜ ਤੋਂ 25-30 ਸਾਲ ਪਹਿਲਾਂ ਗੌਰਮੈਂਟ ਆਪਦਾ ਬਜਟ ਦੇ ਵਿੱਚੋਂ ਐਜੂਕੇਸ਼ਨ ਦਾ ਸੈਪਰੇਟ ਕਰਦੀਆਂ ਸੀ, ਰੱਖਦੀਆਂ ਸੀ ਤੇ ਉਹਦੇ ਵਿੱਚੋਂ ਹੀ ਇਹ ਉਹਨਾਂ ਨੂੰ ਸਕਾਲਰਸ਼ਿਪ ਦਿੰਦੇ ਸੀ, ਉਹ ਸਾਰਾ ਕੁਝ ਕਰਦੇ ਸੀਗੇ, ਬਲੈਕ ਨੂੰ ਵੀ ਦੂਸਰਿਆਂ ਨੂੰ ਵੀ। ਹੁਣ ਅਮਰੀਕਾ ਦੇ ਵਿੱਚ ਵੀ ਇਹ ਜਾਂ ਕੈਨੇਡਾ ਦੇ ਵਿੱਚ ਵੀ ਇਹ ਐਡੇ ਨਲਾਇਕ ਨੇ ਲੀਡਰ, ਵੀ ਹੈਰਾਨੀ ਦੀ ਗੱਲ ਆ। ਇਹ ਹੁਣ ਬਾਹਰਲੇ ਤੇ ਡਬਲ ਫੀਸ ਤੇ ਕਰਕੇ ਬਾਹਰਲੇ ਫੋਰਨ ਸਟੂਡੈਂਟ ਦੇ ਲੈ ਕੇ ਗੰਦ ਮੰਦ ਇੱਥੇ ਪਾ ਰਹੇ ਨੇ। ਸਾਡੇ ਬੱਚੇ ਬਾਹਰ ਜਾ ਕੇ ਪੜ੍ਹ ਰਹੇ ਨੇ, ਇੱਥੇ ਮੇਰੇ ਬੜੇ ਪ੍ਰੋਫੈਸ਼ਨਲ ਬੈਠੇ ਰੋਂਦੇ ਨੇ ਸਾਰੇ ਪੁਰਾਣੇ ਆਏ ਹੋਏ। ਤੇ ਇਹ ਸਾਰਾ ਢਾਂਚਾ ਹੀ ਵਿਗੜ ਗਿਆ ਦੁਨੀਆ ਤੇ। ਉਹ ਠੀਕ ਆ ਵੀ ਨਿਊ ਦਿੱਲੀ ਦਿੰਦੀ ਆ, ਨਾ ਦੇਣ, ਸਿੱਖਾਂ ਨੂੰ ਕਹਿ ਦੇਣ ਵੀ ਨਹੀਂ ਚਲਾਉਣੀ ਤਾਂ ਇਹਨੂੰ ਬੰਦ ਕਰ ਦਿਓ, ਬੰਦ ਕਰ ਦੇਣਗੇ, ਨਹੀਂ ਪੈਸੇ ਇਕੱਠਾ ਕਰ ਲੈਣਗੇ। ਉਹਨਾਂ ਨੂੰ ਖੜਾ ਹੋਣ ਦੇ ਪੈਰਾਂ ਦੇ ਉੱਪਰ ਵੀ ਦੁਨੀਆ ਚਲੋ ਐ ਨਹੀਂ ਵੀ ਗੁਪਤਾ ਸਾਹਿਬ ਤੁਸੀਂ ਆਪਣਾ ਦਿਓ ਜੀ ਵੀ। ਦੇਖੋ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਨਾ 66 ਬਣਿਆ। ਮੈਂ ਤਾਂ ਚੰਡੀਗੜ੍ਹ ਚ 1965-66 ਤੋਂ ਹੀ ਆ। ਦੇਖੋ ਇੱਕ ਗੱਲ ਯਾਦ, ਅਵਤਾਰ ਜੀ, ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿਹੜਾ ਇਕਨੋਮਿਕ ਕ੍ਰਾਈਸਿਸ ਹੁੰਦਾ ਨਾ ਉਹ ਪੋਲੀਟੀਕਲ ਕ੍ਰਾਈਸਿਸ ਤੋਂ ਜ਼ਿਆਦਾ ਡੀਪ ਹੁੰਦਾ ਹੈ। ਓਕੇ, ਜੇ ਫੈਡਰਲ ਗਵਰਨਮੈਂਟ, ਕਿਉਂਕਿ ਫੈਡਰਲ ਗਵਰਨਮੈਂਟ ਦੀ ਸੈਂਟਰਲ ਯੂਨੀਵਰਸਿਟੀ ਬਣ ਗਈ, ਮੈਨੂੰ ਲੇਟੈਸਟ ਖਬਰ ਹੈ ਕਿ ਸਾਡੀ ਫਾਈਲ ਨਾ ਕਾਲਜਾਂ ਦੀ ਜਿਹਦੇ ਵਿੱਚ ਉਹਨਾਂ ਨੇ 65 ਸਾਲ ਕਰਨੀ ਹੈ, ਉਹ ਗਵਰਨਰ ਆਫ ਪੰਜਾਬ ਕੋਲ ਚਲੀ ਗਈ ਹੈ ਕਿਉਂਕਿ ਐਡਮਿਨਿਸਟ੍ਰੇਟਰ ਹੈ ਤੇ ਉਹਨਾਂ ਨੇ 2-4 ਦਿਨ ਚ ਆਰਡਰ ਕਰ ਦੇਣੇ ਆ ਚੰਡੀਗੜ੍ਹ ਦੇ ਕਾਲਜਾਂ ਦੇ, ਸਕੂਲਾਂ ਦੇ ਔਰ ਸਾਰੇ ਜੋ ਵੀ, ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਕਰਦੇ ਨਾ 65 ਸਾਲ ਪਲੱਸ ਬੈਨੀਫਿਟਸ ਜਿਹੜੇ ਗ੍ਰੇਡ ਸ਼ੇਡ ਮਿਲਦੇ। ਸੋ ਅੱਜ ਦੇ ਹਾਲਾਤਾਂ ਦੇ ਅੰਦਰ ਅਵਤਾਰ ਜੀ, ਕੋਈ ਵੀ ਬੰਦਾ, ਕੋਈ ਵੀ ਪਾਰਟੀ, ਉਹ ਲੋਕ, ਚੰਡੀਗੜ੍ਹ ਦਾ ਕੋਈ ਬੰਦਾ ਇਹ ਨਹੀਂ ਚਾਹੁੰਦਾ ਚੰਡੀਗੜ੍ਹ ਪੰਜਾਬ ਦਾ। ਤੁਸੀਂ ਰੈਫਰੈਂਡਮ ਕਰਾ ਲਓ, ਆਪਾਂ ਇਹ ਵੀ ਇਮੋਸ਼ਨਲ ਬਣੀ ਜਾਈਏ ਜੀ, ਬੜੀ ਕਲਚਰ ਹੈ ਜੀ। ਜਦ ਇਕਨੋਮਿਕ ਬੈਨੀਫਿਟ ਬੰਦੇ ਨੂੰ ਮਿਲਦੇ ਨੇ, ਆਪਾਂ ਕਿਉਂਕਿ ਆਪਾਂ ਓਵਰ ਲੀਵਰੇਜ ਹੁੰਦੇ ਆ ਕਈ ਚੀਜ਼ਾਂ 'ਚ, ਇਮੋਸ਼ਨਲ ਹੋ ਜਾਂਦੇ ਆ। ਦੇਖੋ ਜੀ ਪੰਜਾਬ ਹੈ, ਦੇਖੋ ਜਦ ਇਕਨੋਮਿਕ ਕ੍ਰਾਈਸਿਸ ਹੁੰਦੇ ਨਾ ਫਿਰ ਉਹਨੂੰ, ਹੁਣ ਮੈਂ ਤੁਹਾਨੂੰ ਦੱਸਦਾ 99% ਯੂਨੀਵਰਸਿਟੀ ਦੇ ਟੀਚਰ, 99% ਯੂਨੀਵਰਸਿਟੀ ਦੇ EMPLOYEES they want a central university. Conflict है ना between the people working in the Chandigarh administration, Chandigarh institutions and the political leadership. So it's a conflict. So उस conflict ਨੂੰ ਬੜੇ ਤਰੀਕੇ ਨਾਲ solve ਕਰਨਾ ਚਾਹੀਦਾ। ਦੂਜੀ ਗੱਲ, ਪੰਜਾਬ ਯੂਨੀਵਰਸਿਟੀ ਦੀ ਗ੍ਰਾਂਟ ਕਿਸੇ ਟਾਈਮ ਪੰਜਾਬ ਯੂਨੀਵਰਸਿਟੀ ਦਾ ਬਜਟ 500 ਕਰੋੜ ਦਾ ਹੈ, ਪੰਜਾਬ ਸਰਕਾਰ ਦਿੰਦੀ ਸਾਰੇ 10% ਬਜਟ। ਹੁਣ ਦੋ ਹੀ ਸੋਲੂਸ਼ਨ ਹੈ, ਉਹਦੀ ਫੀਸਾਂ ਵਧਾ ਦਿਓ ਬੱਚਿਆਂ ਦੀ, ਪੈਸਾ ਕਿੱਥੋਂ, ਫਰੋਮ ਵੇਅਰ ਦੀ ਮਨੀ ਵਿਲ ਕਮ, ਯੂਨੀਵਰਸਿਟੀ ਵੀ ਬੈਂਕਰਪਟ ਹੋਊ। ਸੋ ਇਸ ਕਰਕੇ ਨਾ ਬੜੀ ਡਿਊਲਟੀ ਹੈ, ਆਪਾਂ ਇਮੋਸ਼ਨਲੀ ਗੱਲ ਕਰੀ ਜਾਂਦੇ ਹਾਂ। ਹੁਣ ਅਵਤਾਰ ਜੀ, ਇਕਨੋਮਿਕ ਪ੍ਰਾਇੋਰਟੀਜ਼ ਹਰ ਇੰਡੀਵਿਜੂਅਲ ਦੀ, ਹਰ ਸਿਟੀ ਦੀ ਡਿਫਰੈਂਟ ਫਰੋਮ ਪੋਲੀਟੀਕਲ ਡਿਸੀਜਨ। ਚਲੋ ਤਾਂ ਹੀ ਤਾਂ ਉਹ ਮਹਾਤਮਾ ਨੂੰ ਲਿਆਂਦਾ ਉਹਨਾਂ ਨੇ ਵੀ ਆਪ ਪਾਰਟੀ ਨੂੰ, ਹੁਣ ਉਹਦਾ ਫਾਇਦਾ ਵੀ ਖਾ ਗਏ ਲੋਕ। ਅਵਤਾਰ ਜੀ, ਪੰਜਾਬ ਯੂਨੀਵਰਸਿਟੀ ਕੋਈ ਪੰਜਾਬ ਦੇ ਇਲੈਕਸ਼ਨ ਦੇ ਏਜੰਡੇ ਤੇ, ਚਲੋ ਕੋਈ ਨਹੀਂ, ਇਟ ਵਾਸ ਨਾਟ ਏਜੰਡਾ ਆਫ ਦਾ ਪੰਜਾਬ ਇਲੈਕਸ਼ਨਸ, ਉਹ ਡਿਫਰੈਂਟ ਹੈ। ਅੱਛਾ, ਇਹ ਫਿਰ ਟੌਪਿਕ ਆਪਾਂ ਚੀਮਾ ਸਾਹਿਬ ਕਰਕੇ ਫਿਰ ਮੈਂ ਸਿਰਫ ਇੰਨੀ ਗੱਲ ਕਰਨੀ ਚਾਹਾਂਗਾ। ਇਹਦਾ ਮਤਲਬ ਇਹ ਨਹੀਂ ਜੇ ਕਿਤੇ
ਜੇ ਕਿਤੇ ਗਵਰਨਮੈਂਟ ਨੂੰ ਸਪੋਰਟ ਕਰਨਾ ਪੈਂਦਾ ਫੈਡਰਲ ਨੂੰ, ਤਾਂ ਉਹ ਚੀਜ਼ ਤੇ ਆਪਣਾ ਕੰਟਰੋਲ ਲੈਣਾ ਸ਼ੁਰੂ ਕਰ ਦੇ। ਇਮੋਸ਼ਨਸ ਕਦੇ ਵੀ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਹੁਣ ਸੁਣ ਲਓ, ਇਮੋਸ਼ਨਸ ਹਮੇਸ਼ਾ ਹੁੰਦੀਆਂ ਨੇ। ਪੰਜਾਬ ਯੂਨੀਵਰਸਿਟੀ ਬਣੀ, ਉਹ ਕਹਿੰਦੇ ਪੰਜਾਬ ਦੇ ਲੋਕਾਂ ਦੀ ਜ਼ਮੀਨ ਤੇ ਲਿਖੀ, ਉਹਨਾਂ ਨੇ ਪੈਸੇ ਕੰਟਰੀਬਿਊਟ ਕਰਕੇ ਯੂਨੀਵਰਸਿਟੀ ਬਣੀ ਹੋਈ ਹੈ, ਠੀਕ ਹੈ। ਫਿਰ ਤੁਸੀਂ ਗੱਲ ਕੀਤੀ ਰੈਫਰੈਂਡਮ ਦੀ, ਵੀ ਲੋਕ ਨਹੀਂ ਚਾਹੁੰਦੇ, ਗਵਰਨਮੈਂਟ ਤਾਂ ਕਹੋ ਤੋਂ ਗਵਰਨਮੈਂਟ ਲੋਕਾਂ ਦੇ ਹਿਸਾਬ ਨਾਲ ਫੈਸਲੇ ਕਰਦੇ। ਰੈਫਰੈਂਡਮ ਤਾਂ JK ਵਾਲੇ ਵੀ ਮੰਗਦੇ, ਪੰਜਾਬ ਵਾਲੇ ਮੰਗ ਲੈਣ, ਸਾਰੇ ਮੰਗ ਲੈਣ, ਕਿਹੜੇ ਰੈਫਰੈਂਡਮ ਕਰਾਓਗੇ ਤੁਸੀਂ? ਸੋ ਦਿਸ ਇਜ਼ ਨਾਟ ਅ ਰਾਈਟ ਸੁਜੈਸ਼ਨ। ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਾਈਸ ਚਾਂਸਲਰ ਆਫ ਪੰਜਾਬ ਯੂਨੀਵਰਸਿਟੀ ਇਜ਼ ਅਪਾਇੰਟਡ ਬਾਈ ਦੀ ਵਾਈਸ ਪ੍ਰੈਜ਼ੀਡੈਂਟ ਆਫ ਫਰੋਮ 1966। ਪੰਜਾਬ ਦਾ ਅੱਧਾ ਕਰਕੇ ਆਪਾਂ ਉਹਨਾਂ ਨੂੰ ਪੈਸੀਫਾਈ ਵੀ ਕਰਦੇ ਚਲਾਈ ਚਲੋ। ਭਗਵੰਤ ਮਾਨ ਲੱਗਿਆ ਪੈਸੇ ਇਕੱਠੇ ਕਰਨ, ਹੁਣ ਖੜ ਜਾ ਉਹਨਾਂ ਦੇ ਜਿਹੜੇ ਚੋਰਾਂ ਦੇ ਸਾਰੇ। ਪਿਸ਼ੌਰਾ ਸਿੰਘ ਜੀ ਖਤਮ ਕਰਕੇ ਟੌਪਿਕ ਆਈਏ ਫਿਰ। ਦੇਖੋ, ਪੰਜਾਬ ਯੂਨੀਵਰਸਿਟੀ ਇਜ਼ ਨਾਟ ਫॉर ਸੇਲ। ਇਹਦਾ ਮਤਲਬ ਇਹ ਨਹੀਂ ਗਾ ਵੀ ਜਿਹੜਾ ਫੰਡਿੰਗ ਕਰਦਾ, ਜਿਹੜਾ ਜ਼ਿਆਦਾ ਫੰਡਿੰਗ ਕਰਦਾ ਉਹਨੂੰ ਦੇ ਦਿਓ। ਪੰਜਾਬ ਯੂਨੀਵਰਸਿਟੀ ਜਿਹੜੀ ਹੈ ਨਾ, ਇਟ ਬਿਲੋਂਗਸ ਟੂ ਪੰਜਾਬ। ਇਹ ਪੰਜਾਬ ਦੀ ਧਰਤੀ ਤੇ ਹੈ, ਪੰਜਾਬ ਦੇ ਲੋਕਾਂ ਵਾਸਤੇ ਬਣੀ ਹੈ, ਪੰਜਾਬ ਦੇ ਲੋਕਾਂ ਨੇ ਬਣਾਈ ਹੈ। ਜੇ ਉਹਦੇ 'ਚ ਕੋਈ ਫੰਡਿੰਗ ਕਰਦਾ ਹੈ ਤੇ ਉਹ ਕੋਈ ਕਿਸੇ ਫਾਰਮੂਲੇ ਦੇ ਹਿਸਾਬ ਨਾਲ ਕਰਦਾ। ਰੀਆਰਗੇਨਾਈਜੇਸ਼ਨ 1966 ਦੀ ਤੁਸੀਂ ਗੱਲ ਕੀਤੀ ਆ, ਉਹਦਾ ਫਾਰਮੂਲਾ ਇਹਦਾ ਹੈਗਾ, ਔਰ ਉਹਨੂੰ ਆਨਰ ਕਰਨਾ ਜਿਹੜਾ ਉਹ ਫੈਡਰਲ ਗਵਰਨਮੈਂਟ ਦਾ ਵੀ ਧਰਮ ਹੈਗਾ। ਸੋ ਜੇ ਉਹ ਫੰਡਿੰਗ ਕਰਦੇ ਆ ਤੇ ਕੋਈ ਆਸਾਨ ਨਹੀਂ ਕਰਦੇ, ਪਰ ਉਹਦਾ ਮਤਲਬ ਇਹ ਨਹੀਂਗਾ ਕਿ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਆਖਿਆ ਕਿ ਜੇ ਉਹ ਫੰਡਿੰਗ ਕਰਦੇ ਆ ਫੈਡਰਲ ਗਵਰਨਮੈਂਟ ਤੇ ਉੱਤੇ ਉਹ ਕਬਜ਼ੇ ਕਰਨਾ ਸ਼ੁਰੂ ਕਰ ਦੇਗੀ। ਮੈਂ ਸਮਝਦਾ ਵੀ ਜਿਸ ਤਰ੍ਹਾਂ ਚੰਡੀਗੜ੍ਹ ਪੰਜਾਬ ਤੋਂ ਲੈ ਕੇ ਧੱਕਾ ਕੀਤਾ ਗਿਆ ਪੰਜਾਬ ਨਾਲ, ਉਸੇ ਤਰ੍ਹਾਂ ਦਾ ਹੀ ਹੈਗਾ। ਤੁਸੀਂ ਰੈਫਰੈਂਡਮ ਦੀ ਗੱਲ ਕਰਦੇ ਹੋ ਵੀ ਚੰਡੀਗੜ੍ਹ ਨਹੀਂ ਪੰਜਾਬ 'ਚ ਆਉਣਾ ਚਾਹੀਦਾ। ਰੈਫਰੈਂਡਮ ਕਿਹਦੇ ਤੋਂ? ਜੇ ਪੰਜਾਬ ਤੋਂ ਕਰਵਾਓਗੇ ਤੇ ਉਹ ਕਿਵੇਂ ਆਖਣਗੇ ਵੀ ਚੰਡੀਗੜ੍ਹ ਪੰਜਾਬ 'ਚ ਨਹੀਂ ਆਉਣਾ ਚਾਹੀਦਾ? ਜੇ ਤੁਸੀਂ ਰੈਫਰੈਂਡਮ ਕਿਸੇ ਹੋਰ ਹੀ ਬੰਦੇ ਤੋਂ ਕਰਵਾਈ ਜਾਓਗੇ ਤੇ ਮਤਲਬ ਇਹ ਆ ਵੀ ਇਹ ਤਾਂ ਜਿਹੜੀਆਂ ਬਲੇਟੈਂਟ ਚੀਜ਼ਾਂ ਨੇ, ਧੱਕਾ ਹੋਇਆ, ਜਿਹੜੀਆਂ ਬਲੇਟੈਂਟ ਚੀਜ਼ਾਂ ਨੇ ਵੀ ਉਹਦੇ 'ਚ ਇਨਜਸਟਿਸ ਆ, ਉਹਨਾਂ ਨੂੰ ਕੋਈ ਤੁਸੀਂ ਕਿਸੇ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਸਕਦੇ। ਬਿਊਟੀਫੁਲ, ਬਹੁਤ ਸੋਹਣਾ ਜਵਾਬ ਦਿੱਤਾ। ਆਪਣੇ ਚਲੋ ਆਪਾਂ ਨੈਕਸਟ ਟੌਪਿਕ ਇਹਦੇ ਵਿੱਚ ਹੈਗਾ ਆਪਣੇ 'ਚ ਹੀ, ਇਜ਼ ਭਗਵੰਤ ਮਾਨ ਮੇਕਿੰਗ ਏ ਹਿਸਟਰੀ ਇਨ ਪੰਜਾਬ ਟੂ ਰਿਮੂਵ ਕਰਪਸ਼ਨ। ਕੁਛ ਲੋਕ ਬੜੇ ਖੁਸ਼ ਲੱਗਦੇ ਇਹਨਾਂ ਦਿਨਾਂ ਦੇ ਵਿੱਚ, NRI ਬੈਠੇ ਇੱਧਰ ਉੱਧਰ ਮੈਨੂੰ ਕਾਲ ਕਰਦੇ, ਕਹਿੰਦੇ ਬਈ ਇੱਕ ਅੰਦਰ ਕਰਤਾ, ਫਿਰ ਦੂਆ ਕਰਤਾ, ਤੀਆ ਹੁਣ ਚੌਥੇ ਨੂੰ ਹੱਥ ਪਾ ਲਿਆ। ਚੀਮਾ ਸਾਹਿਬ, ਚਲੋ ਕੇਜਰੀਵਾਲ ਵੀ ਵਿੱਚ ਇਹਨੂੰ ਫੇਰੀ ਉਹਨੂੰ ਵੀ ਘਮਾਵਾਂਗੇ, ਉਹਨੂੰ ਪਰੇ ਕਰ ਦਾਂਗੇ, ਫਿਕਰ ਨਾ ਕਰੋ, ਆਪਾਂ ਨਾਲ ਲੱਗੇ ਕਰ ਹੀ ਦੇਣਾ। ਚਲੋ ਚੀਮਾ ਸਾਹਿਬ। ਨਹੀਂ ਠੀਕ ਹੈ। ਦੇਖੋ ਜੀ, ਭਗਵੰਤ ਇੱਕ ਦੂਜੀ ਗੱਲ ਹੈ ਕਿ ਜੇ ਬਾਕੀ ਚੀਜ਼ਾਂ ਐਡਰੈਸ ਜੇ ਨਹੀਂ ਕਰ ਸਕਦੇ ਟਾਈਮ ਚਾਹੀਦਾ, ਤੇ ਐਟਲੀਸਟ ਇਹ ਹੌਟ ਟੌਪਿਕ ਤਾਂ ਹੈਗਾ। ਜੜ ਪੁਆੜੇ ਦੀ ਜੜ ਸਾਰੀ ਕਰਪਸ਼ਨ ਹੈਗੀ ਹੈ, ਜਿਵੇਂ ਆਪਾਂ ਪਹਿਲਾਂ ਵੀ ਗੱਲ, ਜੇ ਚਾਹੇ ਫੰਡਿੰਗ ਦੀ ਗੱਲ ਵੀ ਆਈ ਸੀ, ਉਹ ਫੰਡਿੰਗ 'ਚ ਕਿਉਂ ਹੱਥ ਪਿੱਛੇ ਕਿਤੇ ਰੀਜ਼ਨ ਇਹ ਹੈ ਕਿ ਅਸੀਂ ਇਨਕਮ ਤਾਂ ਜਿਹੜੀ ਉਹ ਆਪਣੀ ਪ੍ਰਾਈਵੇਟ ਜੇਬਾਂ 'ਚ ਪਾਈ ਜਾ ਰਹੇ ਹਾਂ, ਖਰਚੇ ਕਰਦੇ ਆ, ਉਹ ਖਰਚੇ ਨਹੀਂ ਹੁੰਦੇ, ਫਿਰ ਕਟੌਤੀਆਂ ਇਹਨਾਂ ਚੀਜ਼ਾਂ ਤੇ ਲਾਉਣੇ ਜਿੱਥੇ ਲੱਗਦਾ ਉਹਨਾਂ ਨੂੰ ਈਜ਼ੀ ਕੱਟ ਲਾ ਸਕਦਾ। ਸੋ ਇਹ ਤਾਂ ਇਸ਼ੂ ਤਾਂ ਬੇਸਿਕਲੀ ਉਹਦੇ ਵਾਸਤੇ ਹੀ ਹੈ ਕਿ ਜਿਨ੍ਹਾਂ ਨੇ ਹੁਣ ਪੈਸੇ ਸਾਰੇ ਖਾਦੇ ਆਪਣੀ ਜੇਬਾਂ 'ਚ ਪਾਏ ਆ, ਉਹਨਾਂ ਨੂੰ ਨੱਥ ਤਾਂ ਪਾਉਣੀ ਕੋਈ ਲੋਕੀ ਚਾਹੁੰਦੇ ਨੇ। ਔਰ ਜਿਹੜਾ ਵੀ ਬੰਦਾ ਕਰੇਗਾ ਇਸ ਟਾਈਮ, ਚਲੋ ਆਪਾਂ ਦਿੱਲੀ ਇੱਥੇ ਦੀ ਕੋਈ ਗੱਲ ਨਹੀਂ ਕਰਦੇ, ਪਰ ਗੱਲ ਅਲਟੀਮੇਟਲੀ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਅਜੇ ਤੱਕ ਹੈਗਾ ਆ ਔਰ ਕੰਟੀਨਿਊ ਹੋਊਗਾ, ਉਹ ਭਗਵੰਤ ਮਾਨ ਦੇ ਵਿੱਚ ਹੈ। ਉਹਦੀ ਇਮਾਨਦਾਰੀ ਜਾਂ ਉਹਦੀ ਅੰਦਰੋਂ ਜੋ ਝਲਕ ਪੈਂਦੀ ਫੇਸ ਤੋਂ ਕਿ ਹਾਂ ਇਹ ਇਮਾਨਦਾਰੀ ਨਾਲ ਕੰਮ ਕਰੂਗਾ, ਇਹ ਲੋਕਾਂ ਨੂੰ ਅਜੇ ਤੱਕ ਵਿਸ਼ਵਾਸ ਹੈਗਾ। ਔਰ ਕਿਉਂਕਿ ਉਹਨਾਂ ਕੋਲ ਚੁਆਇਸ ਵੀ ਇਸ ਟਾਈਮ ਕੋਈ ਨਹੀਂ ਸਿਨੈਰੀਓ ਦੇ ਵਿੱਚ, ਐਕਸੈਪਟ ਹਿਮ, ਕਿਸੇ ਤੋਂ ਵਿਸ਼ਵਾਸ ਨਹੀਂ ਕਰਨਗੇ ਇਸ ਕਰਕੇ। ਪਰ ਇੱਕ ਜ਼ਰੂਰ ਹੈਗਾ, ਹਾਂ ਹੌਲੀ ਹੌਲੀ ਕਰਨ, ਟਾਈਮ ਜਿੰਨਾ ਮਰਜ਼ੀ ਦਾ, ਪਰ ਸਿਲੈਕਟਿਵਲੀ ਨਾ ਕਰਨ। ਜੋ ਸਿਲੈਕਟਿਵਲੀ ਛੱਡ ਕੇ ਤੇ ਦੂਜੇ ਕਰਾਂ, ਉਹ ਫਿਰ ਬਾਅਦ 'ਚ ਕਿਤੇ ਔਖਾ ਹੋਏਗਾ। ਕਿਉਂਕਿ ਅਗਰ ਭਾਈ ਇਹਨਾਂ ਨੂੰ ਲੱਗਦਾ ਕਿ ਅਸੀਂ ਹੋਰ ਕੁਛ ਨਾ ਵੀ ਇਸ਼ੂ ਕਰੀਏ, ਇਹੀ ਕੋਈ ਕਰਪਸ਼ਨ ਦਾ ਇਸ਼ੂ ਐਡਰੈਸ ਕਰ ਦਈਏ, ਤਾਂ ਲੋਕੀ ਸਪੋਰਟ ਕਰਨਾ। ਚੀਮਾ ਸਾਹਿਬ। ਪਿਸ਼ੌਰਾ ਸਿੰਘ ਜੀ, ਫਿਰ ਪਿਸ਼ੌਰਾ ਸਿੰਘ ਥੋੜੇ ਰੱਖੀਏ ਆਪਾਂ, ਫਿਰ ਸਵਾਲ ਜੀ ਦੇਖੋ। ਵੇਖੋ, ਤੁਸੀਂ ਟੌਪਿਕ, ਤੁਸੀਂ ਸਵਾਲ ਇਹ ਕੀਤਾ ਵੀ ਕਿ ਭਗਵੰਤ ਮਾਨ ਜਿਹੜਾ ਇਤਿਹਾਸ ਸਿਰਜ ਰਿਹਾ। ਭਗਵੰਤ ਮਾਨ ਇਤਿਹਾਸ ਨਹੀਂ ਸਿਰਜ ਰਿਹਾ, ਇਤਿਹਾਸ ਜਿਹੜਾ ਉਹ ਭਗਵੰਤ ਮਾਨ ਨੂੰ ਉਹਨੇ ਸਿਰਜਿਆ। ਇਤਿਹਾਸ ਜਿਹੜਾ ਇਸ ਵੇਲੇ ਉਹਦੇ ਪੱਖ ਵਿੱਚ ਆ। ਜਿੰਨੇ ਇਨਕਲਾਬ ਜਿਹੜੇ ਸ਼ੁਰੂ ਹੋਏ ਆ, ਉਹ ਪੰਜਾਬ ਤੋਂ ਸ਼ੁਰੂ ਹੋਏ, ਔਰ ਇਹ ਵੀ ਜਿਹੜਾ ਇਨਕਲਾਬ ਜਿਹੜਾ ਨਾ, ਇਹ ਵੀ ਪੰਜਾਬ ਤੋਂ ਸ਼ੁਰੂ ਹੋਣਾ, ਔਰ ਉਹ ਭਗਵੰਤ ਦੇ ਹਿੱਸੇ ਆ। ਜਿਸ ਤਰ੍ਹਾਂ ਤੁਸੀਂ ਉਹਦਾ ਮੈਨੂੰ ਬੜਾ ਵਧੀਆ ਬਿਆਨ ਲੱਗਾ। ਉਹਦਾ 3 ਮਹੀਨੇ ਸਾਡੀ ਸਰਕਾਰ ਨੂੰ ਹੋਏ ਆ, ਔਰ 3 ਮਹੀਨਿਆਂ ਦਾ ਬੱਚਾ ਜਿਹੜਾ ਉਹਦੇ ਤੇ ਦੰਦ ਵੀ ਨਹੀਂ ਹੁੰਦੇ, ਤੇ ਮੈਂ ਉਹ ਰਿਸ਼ਵਤਖੋਰ ਤੇ ਉਹ ਜਿਹੜੇ ਸੀ ਲੋਕ, ਉਹਨਾਂ ਨੂੰ ਦੰਦੀਆਂ ਵੱਟਣੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹ ਚੀਕਾਂ ਮਾਰਨ ਲੱਗ ਗਏ ਆਲਰੇਡੀ। ਸੋ ਇਤਿਹਾਸ ਜਿਹੜਾ ਨਾ, ਉਹ ਤਾਂ ਬਣਨਾ ਸ਼ੁਰੂ ਹੋ ਗਿਆ। ਜਿਹੜਾ ਸਭ ਤੋਂ ਵੱਡਾ, ਸਾਰੀ ਦੁਨੀਆ ਜਿਹੜੀ ਆ, ਜਿੰਨੇ ਬੁੱਧੀਜੀਵੀ, ਜਿੰਨੇ ਲੋਕ ਆ, ਉਹ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸੀ ਵੀ ਭ੍ਰਿਸ਼ਟਾਚਾਰ ਲੈ ਕੇ ਬਹਿ ਗਿਆ ਪੰਜਾਬ ਨੂੰ, ਭ੍ਰਿਸ਼ਟਾਚਾਰ ਨੇ ਖਤਮ ਕਰ ਦਿੱਤਾ ਪੰਜਾਬ। ਭ੍ਰਿਸ਼ਟਾਚਾਰ ਤੋਂ ਹੀ ਸਾਰੀਆਂ ਬਾਕੀ ਬਿਮਾਰੀਆਂ ਜਿਹੜੀਆਂ ਉਹ ਜਨਮ ਲੈਂਦੀਆਂ।
ਤੇ ਪਰ ਇਹ ਉਹੋ ਜਿਹਾ ਉਹ ਗੰਦਾ ਕੰਮ ਆ, ਉਹੋ ਜਿਹੀ ਵਹਿਣੀ ਵਾਲਾ ਕੰਮ ਆ, ਉਹ ਚਿੱਕੜ ਦਾ ਕੰਮ ਹੈ ਜਿਹਦੇ ਵਿੱਚ ਵੜ ਕੇ ਇਹਨੂੰ ਸਾਫ਼ ਕੀਤਾ ਜਾਣਾ ਚਾਹੀਦਾ ਸੀ। ਔਰ ਭਗਵੰਤ ਮਾਨ ਉਹਦੇ 'ਚ ਵੜ ਗਿਆ। ਉਹ ਹੁਣ ਜਿਹੜਾ ਉਹ ਹੱਥ ਜਿਸ ਤਰ੍ਹਾਂ ਪਾ ਰਿਹਾ, ਉਹ ਇਸ ਗੱਲ ਤੇ ਮਤਲਬ ਉਹ ਐਵੇਂ ਨਹੀਂ ਹੱਥ ਪਾ ਰਿਹਾ। ਉਹ ਇਸ ਗੱਲ ਦਾ ਉਹ ਕਹਿੰਦਾ ਵੀ 1 ਵੀ ਰੁਪਈਆ ਜਿਹੜਾ ਕਿਸੇ ਨੇ ਪਬਲਿਕ ਫੰਡ ਦੇ ਵਿੱਚੋਂ ਖਾਧਾ, ਉਹਦਾ ਵੀ ਵਿਆਜ ਸਮੇਤ ਜਿਹੜਾ ਨਾ ਉਹ ਮੋੜਿਆ ਜਾਵੇਗਾ, ਉਹ ਪਬਲਿਕ ਦੇ ਖਜ਼ਾਨੇ 'ਚ ਜਾਵੇਗਾ, ਉਹ ਪਬਲਿਕ ਨੂੰ ਜਿਹੜਾ ਉਹਦਾ ਮਿਲੇਗਾ। ਸੋ ਇਹ ਮਾੜੀ ਗੱਲ ਨਹੀਂ ਨਾ, ਇਹੋ ਹੀ ਤਾਂ ਲੋਕ ਚਾਹੁੰਦੇ ਸੀ। ਸੋ ਲੋਕ ਤਾਂ ਚਾਹੁੰਦੇ ਨੇ, ਜਿਹੜੇ ਲੋਕ ਨੂੰ ਕ੍ਰਿਟਿਸਾਈਜ਼ ਕਰਦੇ ਨੇ ਉਹ ਉਹੋ ਹੀ ਨੇ। ਉਹਨੇ ਇੱਕ ਹੋਰ ਬੜੀ ਵਧੀਆ ਗੱਲ ਦੱਸੀ, ਮੈਂ ਤਾਂ ਸੁਣਿਆ ਨਹੀਂ ਸੀ। ਜਦੋਂ ਇਹ ਕਾਂਗਰਸੀ ਨੇ ਉਹਦੇ ਘਰ ਜਾ ਕੇ ਉਹ ਧਰਨਾ ਮਾਰਿਆ ਤੇ ਕੀਤਾ, ਤੇ ਉੱਥੇ ਨਾਰਾ ਲਾਇਆ ਕਿ ਉਹਨਾਂ ਨੇ ਧਰਮ ਸੋਚ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਉਹਦਾ ਧਰਮ ਸੋਚ ਤੇ ਜੰਗਲ ਖਾ ਗਿਆ ਸਾਰੇ, ਉਹਦੀ ਸੋਚ ਤੇ ਸੀ। ਇਹਦਾ ਮਤਲਬ ਸੋਚ ਉਹਦੀ ਜਿਹੜੀ ਕਰਪਸ਼ਨ ਦੀ, ਉਹ ਸੋਚ ਤੇ ਪਹਿਰਾ ਦੇਣ ਆਏ ਉਹ ਮੇਰੇ ਘਰ। ਬਣਾਈਆਂ ਹੋਈਆਂ ਗੱਲਾਂ। ਪਿਸ਼ੌਰਾ ਸਿੰਘ ਜੀ, ਗੱਲ ਤਾਂ ਇਹ ਆ ਕਿ ਜੇ ਉਹਨਾਂ ਨੂੰ ਡਰ ਹੈ ਨੀਗਾ, ਨਾ ਤਾਂ ਉਹਨਾਂ ਨੂੰ ਐਡਵਾਂਸ ਕੋਈ ਲੈਣੀ ਚਾਹੀਦੀ ਹੈ ਸਿਕਿਉਰਿਟੀ। ਉਹ ਕਹਿੰਦੇ ਜੀ ਅਗਲੇ ਹਫ਼ਤੇ ਤੱਕ ਲੈਣੀ ਹੈ, ਲੋੜ ਹੀ ਕੀ ਹੈ, ਡਰ ਹੀ ਨਹੀਂ ਕੋਈ। ਉਹ ਹੁਣ ਲੱਗੇ ਕਹਿੰਦੇ ਆ ਪਹਿਲੇ ਦਿਨੋਂ ਵੀ ਅੱਜ ਤੋਂ 6 ਮਹੀਨੇ ਸਾਲ ਦੇ ਵੀ ਜੇ ਕੋਈ ਕਰਪਸ਼ਨ ਹੈ ਫੜ ਲਓ। ਐਵੇਂ ਕਹਿੰਦੇ ਰਹੇ ਨਾ ਅਕਾਲੀ ਦਲ ਵਾਲੇ ਵੀ, ਦੂਸਰੇ ਵੀ, ਕਾਂਗਰਸ ਵੀ, ਫੜ ਲਓ ਸਾਨੂੰ ਜੇ ਗਲਤ ਕੀਤੀ ਆ। ਜੇ ਹੁਣ ਉਹ ਲੱਗੇ ਹੋਏ ਆ ਤਾਂ ਤੁਸੀਂ ਕਹੋ ਕੋਈ ਗੱਲ ਨਹੀਂ, ਵੈਲਕਮ ਕਰਨਾ ਚਾਹੀਦਾ, ਫੜਿਆ ਜਾਊਗਾ ਤਾਂ ਕੀ ਹੋ ਗਿਆ। ਇਸ ਕਰਕੇ ਨਾ ਕੋਈ ਵੇਸਟ ਨਹੀਂ ਚਾਹੀਦੇ, ਤਾਂ ਚੋਰੀ ਆ, ਕੋਈ ਵੀ ਹੋਵੇ, ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਚ। ਸੁਖਪਾਲ ਜੀ, ਉਸ ਤੋਂ ਬਾਅਦ ਫਿਰ ਗੁਪਤਾ ਸਾਹਿਬ। ਹਾਂਜੀ, ਬਿਲਕੁਲ ਠੀਕ ਗੱਲ ਆ। ਭਗਵੰਤ ਮਾਨ ਜੋ ਕਰ ਰਿਹਾ ਠੀਕ ਕਰ ਰਿਹਾ, ਠੀਕ ਆ। ਲੇਕਿਨ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਵੱਡੇ ਮਗਰਮੱਛ ਕਿੱਥੇ ਆ? ਵੱਡੀਆਂ ਮੱਛੀਆਂ ਨੂੰ ਤਾਂ ਫੜਨੀ ਹੈ। ਠੀਕ ਆ, ਜਦੋਂ ਉਹ ਕਹਿੰਦੇ ਵੀ ਸੁਖ ਵਿਲਾਸ ਦਾ ਇਹ ਹੈਗੀ ਜੰਗਲਾਤ ਦੀ ਜ਼ਮੀਨ ਆ, ਠੀਕ ਹੈ ਜੀ, ਤੇ ਅਸੀਂ ਕਰਾਂਗੇ, ਛਡਾਵਾਂਗੇ ਇਹਨੂੰ ਵੀ। ਤੇ ਉਹ ਸੁਖਬੀਰ ਕਹਿੰਦਾ ਆ ਜਾ, ਜਦੋਂ ਮਰਜ਼ੀ ਆ ਜਾਓ, ਪਾ ਲਓ ਹੱਥ, ਚਲੋ ਕਰਦੇ ਆ। ਬਟ ਇਹ ਦੇਖੋ ਜੀ, ਇਹ ਸਟਾਰਟਿੰਗ ਪੁਆਇੰਟ ਆ ਭਗਵੰਤ ਮਾਨ ਦਾ। ਕਿਸੇ ਨੂੰ ਵੀ ਅਰੈਸਟ ਕਰ ਲੈਣਾ ਬਹੁਤ ਸੌਖੀ ਗੱਲ ਆ, ਲੇਕਿਨ ਉਹਦੀ ਐਗਜ਼ੀਕਿਊਸ਼ਨ ਕਰਨੀ ਬਹੁਤ ਔਖੀ ਆ। ਸਾਡਾ ਕੋਰਟ ਸਿਸਟਮ ਬਹੁਤ ਕਰਪਟ ਆ, ਤੇ ਇਹਦੇ ਲਈ ਜਿਹੜਾ ਕੋਰਟ ਸਿਸਟਮ ਆ, ਜੁਡੀਸ਼ਰੀ ਐਂਡ ਐਡਮਿਨਿਸਟ੍ਰੇਸ਼ਨ, ਜੇ ਇਹ ਦੋਨੇ ਕਰਪਟ ਨਾ ਹੁੰਦੀਆਂ ਤੇ ਗਵਰਨਮੈਂਟ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੀ ਸੀ। ਠੀਕ ਹੈ, ਇਹ ਜੋ ਹੈਗੇ 4 ਵਿੱਚੋਂ 2-3 ਤਾਂ ਬਿਲਕੁਲ ਹੀ ਕਰਪਟ ਆ, ਤੇ ਚੌਥੀ ਪੋਲੀਟੀਸ਼ੀਅਨ ਹੈਗੇ, ਉਹ ਤਾਂ ਹੈਗੇ। ਪਰ ਇਹਨੂੰ ਧਰਮ ਸੋਧ ਵੀ ਜਿਹੜਾ ਹੈਗਾ ਉਹ 10 ਸਾਲ ਕੇਸ ਚੱਲੂਗਾ, ਹੋਰ ਕਿਸੇ ਨੂੰ ਫੜ ਲੈਣਗੇ, ਅੱਗੇ ਚੱਲੂਗਾ, ਉਹ ਸਜ਼ਾ ਉਹਨਾਂ ਨੂੰ ਨਹੀਂ ਮਿਲਣੀ ਹੈਗੀ, ਕਿਤੇ ਨਾ ਕਿਤੇ ਛੁੱਟ ਜਾਂਦੀ। ਮੱਛੀਆਂ ਨੂੰ ਹੱਥ ਇਹਨਾਂ ਤੋਂ ਪਾ ਨਹੀਂ ਹੋਣਾ ਹੈਗਾ, ਕਿਉਂਕਿ ਇੱਧਰੋਂ ਉੱਧਰੋਂ ਉਹਨਾਂ ਨੂੰ ਪ੍ਰੈਸ਼ਰ ਪੈ ਜਾਣਾ। ਪਰ ਸੁਖਪਾਲ ਜੀ ਸਜ਼ਾ ਮਿਲੇ ਉਹ ਬਾਅਦ ਦੀ ਗੱਲ ਆ, ਪਰ ਪਹਿਲਾਂ ਫੜਨਾ ਤਾਂ ਪਵੇਗਾ ਨਾ। ਹਾਂ, ਫੜਨਾ ਚਾਹੀਦਾ, ਜਿੰਨਾਂ ਨੂੰ ਮਰਜ਼ੀ ਫੜ ਲਓ। ਕਿਤੇ ਸ਼ੁਰੂਆਤ ਤੇ ਹੋਣੀ ਚਾਹੀਦੀ ਹੈ ਨਾ। ਸੋ ਇਹ ਜਿਹੜੇ ਵੱਡੇ ਮਗਰਮੱਛ ਜਿਹੜੇ ਤੁਸੀਂ ਆਂਦੇ ਜੇ ਵੀ ਉਹਨਾਂ ਨੂੰ ਹਾਲੇ ਕੁਛ ਨਹੀਂ ਕੀਤਾ, ਵੱਡੇ ਮਗਰਮੱਛ ਨੂੰ ਹੱਥ ਪਾਉਣ ਵਾਸਤੇ ਤੁਹਾਨੂੰ ਬੜਾ ਕੁਝ ਜਿਹੜਾ ਉਹ ਰੱਸਾ ਪੈਰਾ ਜਿਹੜਾ ਨਾ ਉਹ ਇਕੱਠਾ ਕਰਨਾ ਪੈਂਦਾ। ਆਈ ਥਿੰਕ ਉਹ ਦੇ ਆਰ ਡੂਇੰਗ ਇਟ। ਉਹ ਆਂਦੇ ਸਾਨੂੰ ਵਕਤ ਦਿਓ ਥੋੜਾ ਜਿਹਾ। ਉਹ ਜਿਹੜੇ ਇਹਨਾਂ ਨੇ ਕੰਮ ਕੀਤੇ ਨੇ, ਉਹਨਾਂ ਨੇ ਵੀ ਸਾਰੇ ਕਾਨੂੰਨੀ ਜਿਹੜੇ ਦਾਅ ਪੇਚ ਜਿਹੜੇ ਆ ਉਹ ਸੇਫ ਕਰਕੇ ਆਪਣੇ ਆਪ ਨੂੰ ਕੀਤੇ ਨੇ। ਉਹਨਾਂ ਨੂੰ ਸਾਰਾ ਅਨਵਾਇੰਡ ਕਰਨਾ ਪਏਗਾ। ਇੱਥੋਂ ਤੱਕ ਹੋ ਸਕਦਾ, ਮੈਂ ਤਾਂ ਕੋਈ ਚੈਨਲ ਤੇ ਸੁਣਿਆ ਕਿ ਉਹ ਤੁਹਾਨੂੰ ਉਹਦੇ ਵਿੱਚ ਸਾਰੀ ਉਹਨਾਂ ਦੀ ਜਿਹੜੀ ਅਸੈਂਬਲੀ ਆ ਉਹ ਸਾਰੀ ਉਹਦੇ ਵਿੱਚ ਇਨਵੋਲਵ ਹੋ ਸਕਦੀ ਹੈ, ਕਿਉਂਕਿ ਉਹ ਸਾਰਿਆਂ ਨੂੰ ਸਪੋਰਟ ਕੀਤਾ ਉਹਨੂੰ, ਔਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਕਵਰ ਕਰਨ ਵਾਸਤੇ ਬੜੇ ਕੰਮ ਕੀਤੇ ਪੱਕੇ। ਔਰ ਉਹਨਾਂ ਨੂੰ ਕੱਚਿਆਂ ਕਰਨ ਵਾਸਤੇ ਉਹ ਉੱਥੇ ਵੀ ਇਹਨਾਂ ਨੂੰ ਐਨੈਕਟਮੈਂਟ ਕਰਨਾ ਪਊਗਾ, ਸਾਰਾ ਕੁਝ ਉਹ ਡਿਸਕਸ਼ਨ ਹੋਣਗੀਆਂ। ਸੋ ਇੰਨਾ ਸੌਖਾ ਨਹੀਂਗਾ ਉਹਨਾਂ ਵੱਡਿਆਂ ਮਗਰਮੱਛਾਂ ਨੂੰ ਹੱਥ ਪਾਉਣਾ, ਇਸ ਕਰਕੇ ਨਹੀਂ ਉਹ ਪਾ ਰਹੇ। ਪਰ ਇਹਦਾ ਮਤਲਬ ਨਹੀਂ ਕਿ ਉਹ ਉਹਨਾਂ ਕੋਲੋਂ ਡਰਦੇ ਆ ਜਾਂ ਉਹਨਾਂ ਨੇ ਪਾਉਣਾ ਨਹੀਂਗਾ, ਉਹ ਪਾਉਣਗੇ ਔਰ ਉਹ ਪਾ ਵੀ ਰਹੇ ਆ। ਪਰ ਜਿਸ ਤਰ੍ਹਾਂ ਤੁਸੀਂ ਆਖਿਆ ਉਹ ਫੜ ਲੈਣਾ ਮਗਰਮੱਛ ਨੂੰ ਸੌਖਾ, ਪਰ ਉਹਨੇ ਜਦੋਂ ਦੰਦੀਆਂ ਵੱਢੀਆਂ ਉਦੋਂ ਫਿਰ ਅੱਛਾ, ਪਿਸ਼ੌਰਾ ਸਿੰਘ ਚੀਮਾ ਸਾਹਿਬ ਤੁਹਾਡੇ ਉਹਨਾਂ ਸਵਾਲ ਜੀ, ਤੁਸੀਂ ਬਿਲਕੁਲ ਠੀਕ ਕਿਹਾ, ਪਿਸ਼ੌਰਾ ਸਿੰਘ ਨੇ ਵੀ ਠੀਕ ਕਿਹਾ। ਸਾਨੂੰ ਤਾਂ ਕਿ ਸ਼ੱਕ ਹੈਗੀ ਆ ਕਿ ਪੰਜਾਬ ਦੇ ਵਿੱਚ ਅਸੀਂ ਕਦੇ ਫੜਿਆ ਹੀ ਨਹੀਂ ਕਿਸੇ ਨੂੰ, ਇਸ ਕਰਕੇ ਨਾ ਆਪਾਂ ਨੂੰ ਥੋੜਾ ਟਰਸਟ ਨਹੀਂ ਆਉਂਦਾ। ਕੀਪ ਇਨ ਮਾਈਂਡ, ਯੂਪੀ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ ਚਟਾਲੇ 10-10 ਸਾਲ ਹੈ ਨਹੀਂ, ਚਾਹੇ ਉਹ ਥੋੜੇ ਜਿਹੇ ਉਹਨਾਂ ਨੇ ਪੈਸੇ ਪੂਸੇ ਖਾਦੇ ਹੋਣੇ ਆ, ਪਰ ਅੰਦਰ ਹੈਗੇ ਸੀਗੇ। ਇਸ ਕਰਕੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ ਆ। ਇਸ ਕਰਕੇ ਥੋੜਾ ਜਿਹਾ ਹੌਸਲਾ ਕਰਿਆ ਕਰੋ। ਤੁਸੀਂ ਇਹ ਨਾ ਕਹੋ ਹੋ ਨਹੀਂ ਸਕਦਾ, ਵੱਡੀ ਮੱਛੀ ਆ। ਲਾ ਦੇ ਸਾਹਮਣੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਕੇਰਾ ਪੰਗਾ ਪੈ ਗਿਆ ਤਾਂ ਨਿਕਲਣਾ ਹੁਣ ਬੈਠਾ ਹੀ ਆ, ਚਾਹੇ ਕੁਛ ਵੀ। ਔਰ ਕੀਤਾ ਕਿ ਨਹੀਂ ਕੀਤਾ, ਸੁਖਪਾਲ ਖਹਿਰਾ ਵੀ ਗਿਆ,
ਉਹ ਤੁਹਾਡੇ ਸਾਹਮਣੇ ਹੁਣ ਸਿੱਧੂ ਨੂੰ ਵੀ ਜਾਣਾ ਪਿਆ, ਅਕਸਰ ਨੂੰ ਚਾਹੇ 30 ਸਾਲ ਪਹਿਲਾਂ ਚਾਹੇ ਮੁੱਕੀ ਮਾਰੀ ਆ, ਕੁਛ ਦਿੱਤਾ, ਸਜ਼ਾ ਮਿਲ ਗਈ ਨਾ। ਅੱਛਾ, ਫਿਰ ਤੁਹਾਡੇ ਸਾਹਮਣੇ ਮਜੀਠੀਆ ਅੰਦਰ ਬੈਠਾ ਨਹੀਂ ਬੈਠਾ, ਕਿੰਨਾ ਚਿਰ ਹੋ ਗਿਆ। तो इसका ऐ ना क्या करो भी होना नहीं। हाँ जी वकील साहब चलो जी चीमा साहब। हाँ नहीं मैं तो जस्ट एक ऐड ही करना पिशौरा सिंह जी नाल जिवें गल गई, ये फैक्ट है हार्ड कि जिहड़ी चंडीगढ़ दे आले दी सारी जमीन है वो पॉलिटिशियन जिवें कि सारी असैंबली भी सारी है, ब्यूरोक्रेट भी है, हाई कोर्ट दी जुडिशरी भी विच ही है, इन्हां सारियां ने उत्थे लौट लए होए। दैट इज द इशू। चल कोई नहीं, छड़ भज जाणगे, खबर ना ही जाण उधर। हां गुप्ता साहब तुसीं क्लोज कर दो, गुप्ता साहब अपना नवा चैप्टर आ रहा है। मैं 2-3 इशू कहने हैं। पहले देखो किसी बंदे नूं खत्म करना होवे ना, ਉਹਦਾ ਰੈਵਨਿਊ ਖਤਮ ਕਰ ਦੋ। ਹੁਣ ਦਿੱਲੀ ਜਿਹੜੀ NRI ਦੀ ਬੱਸ ਲੈ ਕੇ ਪੰਜਾਬ ਤੋਂ ਲੋਕਾਂ ਨੂੰ 에ਅਰਪੋਰਟ ਜਾਂਦੀ ਸੀ, ਉਹ ਇਹਨਾਂ ਨੇ ਪੰਜਾਬ ਤੋਂ 10 ਬੱਸਾਂ ਚਲਾਤੀਆਂ, ਔਰ ਜਿਹਦੇ ਵਿੱਚ ਜਿਹੜੀ ਕੋਈ ਬਾਦਲ ਦੀ ਕੰਪਨੀ ਹੈ ਉਹ 3000-4000 ਲੈਂਦੀ ਸੀ। ਸੋ ਹਮੇਸ਼ਾ ਸਟੈਪ ਵਾਈਜ਼ ਸਟੈਪ ਚਲੋ। ਉਸ ਅਸੀਂ ਚਾਹੁੰਦੇ ਸਾਰੇ ਬੰਦੇ ਅੰਦਰ ਕਰ ਦੇਣ, ਬਾਦਲ ਨੂੰ ਵੀ ਅੰਦਰ ਕਰ ਦਿਓ, ਅਮਰਿੰਦਰ ਨੂੰ ਵੀ ਅੰਦਰ ਕਰ ਦਿਓ। ਇਹ ਦੇਖੋ ਸਟੇਟ ਵੀ ਆਫਟਰ ਆਲ ਸਟੇਟ ਵੀ ਇਹ ਦੇਖਦੀ ਹੈ ਕਿ ਸਾਡੇ ਕੋਲ ਕਿਹੜੇ ਡਾਕੂਮੈਂਟ ਹੈ, ਕਿਹੜੇ ਸਟੈਪ ਚੱਕ। ਆਪਾਂ ਫਾਸਟ ਟਰੈਕ ਮੈਥਡ ਨਹੀਂ ਹੈ। ਫਿਰ ਆਪਾਂ ਇਹ ਵੀ ਨਾ ਕਹੋ ਵੀ ਕੁਛ ਨਾ ਕਰੋ। अब साड़ी इनकंसिस्टेंसी है सोच। देखो जेड़ा स्टेप भी गुड है ना, वो समाल भी वड्डा है, एक मैसेज हो जाता है ना, व्हाट इज द मैसेज, दैट इज इंपॉर्टेंट। अपने कोले चैप्टर क्लोज हो गया हैगा। हुण आपां चैप्टर ते आउने आ कि एक चलो ते ज्यादा तां नहीं होएगा, अगली पास स्कीम हैगी आ कि 4 साल ਲਈ ਉਹ ਅੱਗੇ ਰਿਕਰੂਟਮੈਂਟ ਕਰ ਰਹੇ ਹੈਗੇ ਆ। ਕੋਈ ਕੁਛ ਕਹਿ ਰਿਹਾ, ਕੁਛ ਕਹਿ ਰਿਹਾ। ਵੈਸੇ ਮੈਂ ਤਾਂ ਉਹਦੇ ਚ ਹੱਕ ਚ ਹੈਗਾ ਬਈ ਕੋਈ ਗੱਲ ਨਹੀਂ, ਜੇ 8-8 ਲੱਖ ਮਿਲ ਜੂਗਾ, ਵਿਹਲੇ ਹੀ ਫਿਰਦੇ ਨੇ ਸੜਕਾਂ ਤੇ, ਕਿਉਂਕਿ ਅਕਸਰ ਨੂੰ ਥੋੜਾ ਟ੍ਰੇਨਡ ਹੋ ਜਾਣਗੇ, ਦੁਨੀਆ ਘੁੰਮ ਲੈਣਗੇ ਬਾਹਰ, ਹੁਣ ਸੜਕਾਂ ਤੇ ਫਿਰਦੇ ਆ ਵਿਚਾਰੇ। ਅੱਜ ਉਹ ਲੱਗੇ ਹੋਏ ਸੀ ਵੀ ਇਹ ਨਹੀਂ ਹੋ ਰਿਹਾ, ਕੋਈ ਕੁਛ ਕਹਿ ਰਿਹਾ, ਕੁਛ ਕਹਿ ਰਿਹਾ। ਹਾਂ ਪਿਸ਼ੌਰਾ ਸਿੰਘ ਜੀ, ਤੁਹਾਡਾ ਕੀ ਵਿਊ ਹੈਗੇ ਇਹਦੀ ਬਾਤ? ਮੇਰਾ ਵਿਊ ਇਹ ਹੈ ਕਿ ਜਿਹੜੇ ਸੜਕਾਂ ਤੇ ਫਿਰਦੇ ਆ, ਜੇ ਉਹਨਾਂ ਵਿਚਾਰਿਆਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ ਨਾ, ਤੇ ਉਹ ਇਹਨਾਂ ਵਾਸਤੇ ਇੰਨੇ ਖਤਰਨਾਕ ਨਹੀਂ ਗੇ। ਪਰ ਜਦੋਂ ਉਹਨਾਂ ਨੂੰ ਟ੍ਰੇਨ ਕਰਕੇ, ਐਜੂਕੇਟ ਕਰਕੇ ਤੇ ਫੇਰ ਸੜਕਾਂ ਤੇ ਤੋਰਨਗੇ ਨਾ, ਤੇ ਫਿਰ ਉਹ ਇਹਨਾਂ ਨੂੰ ਖਾਣ ਆਉਣਗੇ। ਸੋ ਇਹਨਾਂ ਨੂੰ ਜਿਹੜਾ ਨਾ ਸੋਚ ਕੇ ਇਹ ਕੰਮ ਕਰਨਾ ਚਾਹੀਦਾ। ਉਹ ਬੰਦੇ ਜਦੋਂ ਆਉਣਗੇ ਨਾ ਵਾਪਸ, ਜਿਹੜੇ 75% ਆ, ਤੇ ਉਹ ਫਿਰ ਚੁੱਪ ਕਰਕੇ ਵਿਹਲੇ ਨਹੀਂ ਬਹਿਣਗੇ। ਉਹ ਜਿਸ ਤਰ੍ਹਾਂ ਇਹਨਾਂ ਦੇ ਇੱਕ ਉਹ MLA ਨੇ ਕਹਿੰਦੇ ਪਾਰਟੀ ਵਰਕਰ ਨੇ ਕਿਸੇ ਨੇ ਆਖਿਆ ਵੀ ਮੈਂ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਅਫਸਰ ਜਿਹੜੇ ਹੈ ਨਾ, ਉਹਨਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ। ਉਹ ਫਿਰ ਇਹਨਾਂ ਦੇ ਸਿਕਿਉਰਿਟੀ ਅਫਸਰ ਨਹੀਂ ਲੱਗਣਾ ਉਹਨਾਂ ਨੇ, ਉਹ ਫਿਰ ਵੱਡੇ ਹੱਕ ਆਪਣੇ ਮੰਗਣਗੇ। ਸੋ ਇਹਨਾਂ ਨੂੰ ਜਿਹੜਾ ਨਾ ਉਹ ਸੋਚ ਕੇ ਕਰਨਾ ਚਾਹੀਦਾ ਕਿ ਪਹਿਲਾਂ ਹੀ ਜਿਹੜਾ ਨਾ ਉਹ ਉਹਨਾਂ ਨੂੰ ਉਹ ਪੋਜੀਸ਼ਨਾਂ ਦਿੱਤੀਆਂ ਜਾਣ ਜਿਹੜੀਆਂ ਉਹ ਲਾਇਲੀ, ਓਨੈਸਟਲੀ, ਫੇਥਫੁਲੀ, ਪੈਟਰੀਓਟਿਕਲੀ ਨਿਭਾਉਣ। ਤੇ ਉਹ ਨਾ ਹੋਏ ਵੀ ਉਹ 3-4 ਸਾਲ ਉਹਨਾਂ ਨੂੰ ਟ੍ਰੇਨ ਕਰਕੇ ਤੇ ਮੁੜ ਕੇ ਉਹਨਾਂ ਨੂੰ ਗਲੀਆਂ ਛੱਡ ਦਿਓ। ਤੇ ਉਹ ਆਈ ਡੋਂਟ ਥਿੰਕ that is going to be ਕਿਉਂਕਿ ਉਹ ਜਿਹੜੀ ਅਨਐਮਪਲੋਇਡ ਫੋਰਸ ਹੋਵੇਗੀ ਨਾ, ਐਜੂਕੇਟਡ ਤੇ ਟ੍ਰੇਨਡ, ਉਹ that will be really revolutionary। ਪਰ ਪਿਸ਼ੌਰਾ ਸਿੰਘ ਜੀ, ਉਹ ਗੱਲ ਆਈ ਜਾਂਦੇ ਆ, ਬੱਸਾਂ ਹੀ ਫੂਕੀ ਜਾਂਦੇ ਨੇ। ਦੱਸੇ ਇਹੋ ਜਿਹੇ ਕੌਮ ਦੇ ਕੀ ਕਰਨਗੇ ਜਹਾਂ ਟ੍ਰੇਨਾਂ ਫੂਕੀ ਜਾਂਦੇ ਆ? ਕਿਸਾਨਾਂ ਵਾਂਗੂ ਬਹਿ ਜਾਣ ਨਾ ਆਰਾਮ ਨਾਲ, ਫਿਰ ਤਾਂ ਗੱਲ ਕਰ ਲੈਣ ਠੀਕ ਆ। ਪਿਸ਼ੌਰਾ ਜੀ ਜਿਹੜੇ ਕੋੜੇ ਦੀ ਉਹ ਤਾਂ ਉਹਨਾਂ ਨੂੰ ਸਿੱਖਣਾ ਪਏਗਾ। ਉਹ ਤਾਂ ਉਹਦੇ ਵਿੱਚ ਤਾਂ ਮਤਲਬ ਉਹ ਗਲਤ ਆ ਗੱਲ ਹੈਗੀ। ਚਲੋ ਗੁਪਤਾ ਸਾਹਿਬ, ਜਿਹੜੇ ਸ਼ੇਰ ਦੀ ਸਵਾਰੀ ਤੁਸੀਂ ਇਹਨਾਂ ਬੱਚਿਆਂ ਨੂੰ ਚੜਾਇਆ, ਕਿਉਂਕਿ ਇਹ ਜਿਹੜੀ ਅਨਪਲੋਇਡ ਆਰਮੀ ਬੈਠੀ ਨਾ ਇੰਡੀਆ 'ਚ, ਇਹ ਜਿਹੜੀ ਮਤਲਬ ਨਿਊ ਟੈਕਨੋਲੋਜੀ ਨਾਲ ਦੇ ਵਾਂਟ ਏ ਬੈਟਰ ਲਾਈਫ, ਬੈਟਰ ਲਿਵਿੰਗ, ਇਹਨਾਂ ਨੇ ਮੋਦੀ ਹੋਰਾਂ ਨੇ ਆ ਜੋ ਸਟੇਟ ਪਾਵਰ, ਇਹਨਾਂ ਨੇ ਇਹਨਾਂ ਨੂੰ ਸ਼ੇਰ ਬਣਾਇਆ। ਔਰ ਜਿਸ ਸ਼ੇਰ ਦੀ ਸਵਾਰੀ ਚੜ ਕੇ ਪਾਵਰ ਚ ਆਏ, ਉਹ ਸ਼ੇਰ ਹੀ ਇਹਨਾਂ ਨੂੰ ਡਾਊਨ ਕਰੇਗਾ। ਯਾਦ ਰੱਖਿਓ ਕਿਉਂ? ਕਿਉਂਕਿ ਇਹਨਾਂ ਡੀਪਨ ਕ੍ਰਾਈਸਿਸ ਹੈ ਜੋਬਾਂ ਦਾ। 40,000 ਇਹਨੇ ਆਬਾਦੀ ਆਫ 130 ਕਰੋੜ, 40,000 ਬੰਦਾ ਕੀ ਹੁੰਦਾ ਜੋਬ ਦਾ? ਤੁਸੀਂ ਹੁਣ ਮੋਦੀ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਦਸੰਬਰ 2013 ਤੱਕ 10 ਲੱਖ ਸੈਂਟਰਲ ਗਵਰਨਮੈਂਟ EMPLOYEES ਅਸੀਂ ਹਾਇਰ ਕਰਾਂਗੇ। 10 ਲੱਖ। ਤੁਸੀਂ ਇਹ ਕਿਉਂ ਕਰ ਰਹੇ ਨੇ? ਦਸੰਬਰ 2013 ਤੱਕ ਕਹਿਣਗੇ ਜੀ ਜੋਬਾਂ ਦਵਾਤੀਆਂ, ਹੁਣ ਕਿਉਂ ਨਹੀਂ ਕਰਦੇ? ਤੁਸੀਂ ਜੋਬਾਂ ਤਾਂ ਪਈਆਂ। ਸੋ ਇਹ ਜਿਹੜੀ ਸ਼ਾਰਟ ਟਰਮ ਅਰੇਂਜਮੈਂਟ ਇਹ ਕੰਟਰੀ 'ਚ ਨਹੀਂ ਚੱਲਦੇ। ਇਹ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ, ਪਰ ਕ੍ਰਾਈਸਿਸ ਡੀਪਨਡ ਹੈ। ਔਰ ਇਹ ਫਿਰ ਜਦ ਯੰਗ ਹੈ, ਬੱਚੇ ਹੈ, ਉਹਨਾਂ ਨੂੰ ਜੋਬ ਹੀ ਨਹੀਂ ਹੈ। ਪੜ੍ਹਿਆ ਕੋਈ BA ਕੀਤੀ ਹੈ, ਕੋਈ MA ਕੀਤੀ ਹੈ, ਔਰ ਜੋਬ ਹੈ ਹੀ 40,000 ਜੋਬ ਹੈ। ਚਲ ਕੋਈ ਨਹੀਂ, ਐਜੂਕੇਟ ਹੋਣਗੇ ਗੁਪਤਾ ਸਾਹਿਬ, ਥੋੜਾ ਜਿਹਾ ਬੈਟਰ ਐਜੂਕੇਟ ਹੋ ਜਾਣਗੇ। It is a deepening crisis in the Indian system.
ਇਸ ਕਰਕੇ ਹੋਮ ਮਿਨਿਸਟਰ ਵੀ ਮੀਟਿੰਗ ਕਰ ਰਿਹਾ, ਚੀਫ ਆਫ ਆਰਮੀ ਸਟਾਫ ਲੱਗੇ ਨੇ। ਅੱਛਾ, ਉਹਨਾਂ ਨੇ ਇੱਕ ਆਰਡਰ ਕਰਤਾ ਕਿ ਜਿਹੜੇ ਬੰਦੇ ਰਾਈਟਸ ਇਨਵੋਲਡ ਹੈ ਨਾ, ਅਸੀਂ ਉਹਨਾਂ ਨੂੰ ਰੱਖਾਂਗੇ ਨਹੀਂ। They have no solution. They have no solution. ਸੋਲੂਸ਼ਨ ਹੀ ਨਹੀਂ ਹੈ। ਇਹਦਾ ਮਤਲਬ ਵਿਚਾਰੇ ਉਹ ਇਮਾਨਦਾਰੀ ਨਾਲ ਜੇ ਕਿਤੇ ਰੌਲਾ ਪਾਤਾ ਤਾਂ ਇਹਦਾ ਮਤਲਬ ਹੁਣ 4 ਸਾਲਾਂ ਚ ਵੀ ਖਤਮ ਹੋ ਗਿਆ ਉਹਨਾਂ ਦਾ ਕੰਮ। ਇੰਡੀਆ ਚ ਛੋਟੀ ਇਹ ਛੋਟੀ ਇਵੈਂਟ ਹੈ, ਇਹ ਤਾਂ ਵੱਡੀ ਇਵੈਂਟਸ ਹੋਈਆਂ। ਹਾਂਜੀ, ਇਹਦੇ ਬਾਰੇ ਜਨਰਲ ਤਾਂ ਮੈਂ ਬਰੀਫਲੀ ਇਹੀ ਕਹਿ ਸਕਦਾ ਕਿ ਦੇਖੋ ਪਲਾਨ ਤਾਂ ਗਲਤ ਹੈ, ਕਿ ਨਾਲ ਜਿਹੜੇ ਪੁਰਾਣੇ ਜਾਂ ਪ੍ਰੈਜ਼ੈਂਟ ਵੀ ਇਹ ਆਰਮੀ ਆਫੀਸਰਸ ਵੀ ਨੇ, ਦੂਜੇ ਪਾਲਿਸੀ ਮੇਕਰ ਸਾਰਿਆਂ ਨੇ ਕੰਡੈਮ ਕੀਤਾ ਹੈਗਾ ਕਿ ਬਿਨਾਂ ਸੋਚੇ ਸਮਝੇ, ਜੇ ਤਾਂ ਬਿਨਾਂ ਸੋਚੇ ਸਮਝੇ ਕੀਤਾ ਤਾਂ ਵਾਕਈ ਗਲਤ ਹੈਗੀ ਹੈ। ਉਹ ਚ ਰਾਹੁਲ ਗਾਂਧੀ ਵੀ ਕਹਿੰਦਾ ਜੋ ਇਹ ਖੇਤੀ ਕਾਨੂੰਨ ਬਣਾਦੇ ਤਾਂ ਕਿਸਾਨਾਂ ਨੂੰ ਨਹੀਂ ਪੁੱਛਿਆ, GST ਬਣਾਈ ਵਪਾਰੀਆਂ ਨੂੰ ਨਹੀਂ ਪੁੱਛਿਆ, ਇਹ ਬਣਾਈ ਤੇ ਆਰਮੀ ਵਾਲਿਆਂ ਨੂੰ ਪੁੱਛਿਆ, ਜਾਂ ਜਿਨ੍ਹਾਂ ਨੂੰ ਲਾਣਾ ਉਹਨਾਂ ਨੂੰ ਨਹੀਂ ਪੁੱਛਿਆ। ਸੋ ਆਪਣੀ ਚੀਜ਼ਾਂ ਬਣਾਈ ਜਾਂਦੇ, ਬਾਅਦ ਫੇਲ ਹੋਈ ਜਾਂਦੇ ਨੇ। ਸੋ ਵਨ ਪਾਲਿਸੀ ਤੇ ਵੀ ਜੇ ਗਲਤ ਹੋਈ ਹੈ ਵੀ ਇਹ ਸ਼ਾਰਟ ਏਜ ਦੇ ਵਿੱਚ 4 ਸਾਲ, ਇੱਕ ਪਾਸੇ ਦਾ ਕਹਿੰਦਾ ਵੀ 80 ਸਾਲ ਦਾ ਬੰਦਾ ਵੀ ਕੰਮ ਕਰ ਰਿਹਾ, ਰਿਟਾਇਰ ਨਹੀਂ ਹੋ ਰਿਹਾ ਹੈਗਾ ਪੋਲੀਟੀਸ਼ੀਅਨ ਜੋ, ਇੱਥੇ ਤੁਸੀਂ 21 ਸਾਲ ਦੀ ਏਜ 'ਚ ਉਹਨੂੰ ਰਿਟਾਇਰ ਕਰਕੇ ਭੇਜ ਰਹੇ ਹੋ ਘਰ। ਦੈਟ ਡਜ਼ਨਟ ਮੇਕ ਐਨੀ ਸੈਂਸ। ਉਹ ਜਿਹੜਾ 4 ਸਾਲ ਕੰਮ ਕੀਤਾ, ਕੁਛ ਪੈਸੇ ਵੀ ਇਕੱਠੇ ਹੋ ਗਏ, ਉਹ ਚੋਂ ਕਿੰਨੇ ਕੁ % ਸਹੀ ਪਾਸੇ ਜਾਣਗੇ? ਬਹੁਤੇ ਹੋ ਸਕਦਾ ਗਲਤ ਗੈਂਗਸਟਰ ਜਾਂ ਜੋ ਕੋਈ ਗਨ ਚਲਾਉਣੀ ਤਾਂ ਉਹਨੂੰ ਸਿਖਾਤੀ, ਤੁਸੀਂ ਸਭ ਕੁਝ ਕਰਤਾ, ਦੇ ਕੈਨ ਗੋ ਅਦਰ ਵੇ। ਪਰ ਦੂਸਰੀ ਚੀਜ਼ ਜਿਹੜੀ ਮੈਂ ਹਾਈਲਾਈਟ ਨਹੀਂ ਕਰਦਾ, ਪਰ ਇਹ ਕਿਤੇ ਨਾ ਕਿਤੇ ਉਹ ਫੀਲਿੰਗ ਵੀ ਹੈਗੀ ਹੈ ਕਿ ਸ਼ਾਇਦ ਕੋਈ ਅਲਟੀਰੀਅਰ ਮੋਟਿਵ ਵਾਸਤੇ ਕੋਈ ਪੈਰਲਲ ਆਰਮੀ ਤਾਂ ਨਹੀਂ ਆਪਣੀ ਤਿਆਰ ਕੀਤੀ ਜਾ ਸਕਦੀ ਉਹਦੇ ਵਾਸਤੇ, ਪਰ ਮੈਂ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ। ਬਟ ਦੇयर ਇਜ਼ ਸਮਥਿੰਗ ਲਾਈਕ ਦੈਟ। ਓਕੇ, ਥੈਂਕ ਯੂ ਜੀ। ਸੁਖਪਾਲ ਜੀ। ਹਾਂਜੀ, ਦੇਖੋ ਜੀ, ਸਿਚੁਏਸ਼ਨ ਇਹ ਹੈਗੀ ਆ ਭਈ ਆਰਮੀ ਵਿੱਚ ਜਾਂਦਾ ਕੌਣ? ਪੰਜਾਬ, ਹਿਮਾਚਲ, ਹਰਿਆਣਾ ਤੇ ਯੂਪੀ। ਹੁਣ ਤੁਸੀਂ 17.5 ਸਾਲ ਦੇ ਬੱਚੇ ਨੂੰ ਜੌਬ ਦੇ ਦਿੰਦੇ ਆ, ਉਹ 6 ਸਾਲ ਬਾਅਦ 2 ਸਾਲ ਵਧਾ ਦੇਵਾਂਗੇ, ਚਲੋ 23 ਸਾਲ ਬਾਅਦ ਜਦੋਂ ਇੰਪਲੋਇਮੈਂਟ ਲੈਣ ਦੇ ਟਾਈਮ ਹੁੰਦਾ ਉਦੋਂ ਤੁਸੀਂ ਉਹਨੂੰ ਰਿਟਾਇਰ ਕਰ ਦਿੰਦੇ, ਤੁਸੀਂ ਉਹਨੂੰ ਫੁੱਲ ਟ੍ਰੇਨਡ ਕਰੋਗੇ, ਠੀਕ ਆ। ਉਹ ਤੋਂ ਬਾਅਦ ਤਾਂ ਫਿਰ ਉਹ ਜਦੋਂ ਬਾਹਰ ਆਉਣਗੇ ਉਹਨਾਂ ਵਿੱਚੋਂ ਤੁਸੀਂ ਕਹਿੰਦੇ 10% ਅਸੀਂ ਰਿਜ਼ਰਵੇਸ਼ਨ ਦੇਵਾਂਗੇ, ਠੀਕ ਆ, 25% ਤੁਸੀਂ ਰੱਖ ਲਓਗੇ, ਉਹਨਾਂ ਵਿੱਚੋਂ ਜਿਹੜੇ 75% ਆਉਣਗੇ ਉਹਨਾਂ ਨੂੰ ਤੁਸੀਂ 10% ਨੂੰ ਪ੍ਰੈਫਰੈਂਸ ਦਓਗੇ, ਜਿਹੜੇ ਬਾਕੀ ਉਹ ਕਿੱਧਰ ਜਾਣਗੇ? ਇਹ ਤਾਂ ਲੌਲੈਸਨੈਸ ਕ੍ਰੀਏਟ ਕਰਨਗੇ। ਜਦੋਂ ਇੰਨੀ ਹੈਵੀ ਟ੍ਰੇਨਿੰਗ ਉਹਨਾਂ ਨੂੰ ਮਿਲੂਗੀ ਤੇ ਤਾਂ ਗੁਆਟਾਮਾਲਾ ਤੇ ਬਾਕੀ ਜਿਹੜੀਆਂ ਕੰਟਰੀਆਂ ਹੈਗੀਆਂ ਆਪਣੇ ਸਾਊਥ ਅਮਰੀਕਾ ਦੀਆਂ ਉਹੀ ਬਣ ਜਾਣਾ, ਕਿਉਂਕਿ ਤੇ ਲੌਲੈਸਨੈਸ ਮਿਲਣੀ ਨਹੀਂ। ਹੁਣ ਤੁਸੀਂ ਦੇਖਿਓ ਵੀ ਜਿਹੜੇ ਅਮਰੀਕਾ ਦੇ ਵੀ ਬੰਦੇ ਮਤਲਬ ਵੀ ਬਾਹਰ ਦੀਆਂ ਕੰਟਰੀਆਂ ਵਿੱਚ, ਇਰਾਕ ਵਾਰ ਤੋਂ ਆਉਂਦੇ, ਅਫਗਾਨਿਸਤਾਨ ਵਾਰ ਤੋਂ ਆਉਂਦੇ, ਕੰਟਰੀ ਉਹਨਾਂ ਨੂੰ ਇੰਟੀਰੀਅਰ ਜਿਹੜੀ ਮਿਨਿਸਟਰੀ ਹੈਗੀ ਉਹਨਾਂ ਨੂੰ ਵਾਚ ਕਰਦੀ ਹੈ ਵੀ ਇਹ ਕਿਤੇ ਜ਼ਿਆਦਾ ਰਾਈਟ ਹੈਂਡ ਸਾਈਡ ਤੇ ਤਾਂ ਨਹੀਂ ਚਲੇ ਗਏ, ਕੋਈ ਕੁਝ ਬਣਾਉਂਦੇ ਤਾਂ ਨਹੀਂ। ਪਰ ਜਦੋਂ ਉੱਥੇ ਇੰਨੇ ਬੰਦੇ 70,000 ਵਿੱਚੋਂ ਰੱਖ ਲਿਆ ਉਹਨਾਂ ਨੇ, 20,000 ਬੰਦਾ ਰੱਖ ਲਿਆ, ਬਾਕੀ ਕੱਢਤੇ, ਉਹ ਕੀ ਕਰਨਗੇ? ਉਹਨਾਂ ਨੇ ਉਹ ਕਿਤੇ ਕਿਸੇ ਦੇ ਗਾਰਡ ਦੀ ਨੌਕਰੀ ਨਹੀਂ ਕਰਨੀ, ਉਹਨਾਂ ਨੇ ਬੈਂਕ ਹੀ ਲੁੱਟਣੀ ਆ, ਫਿਰ ਆਪਣਾ ਕੰਮ ਹੀ ਚਲਾਉਣਗੇ ਉਹ। ਫਿਰ ਗੁਆਟਾਮਾਲਾ ਬਣੂਗਾ ਜਾਂ ਜਿੱਦਾਂ ਹੌਂਡੂਰਸ ਹੈਗਾ। ਇਸ ਐਗਜ਼ਾਮਪਲਸ ਆ। US ਨੇ ਜੇਲ੍ਹ ਵਿੱਚੋਂ ਬੰਦੇ ਰਿਫਾਰਮ ਲਈ ਫੜੇ ਸੀਗੇ, 3 ਗੈਂਗਾਂ ਦੇ ਫੜੇ ਸੀਗੇ, ਲਾਸ ਐਂਜਲਸ ਵਿੱਚ ਰੱਖੇ ਸੀਗੇ। ਉਹ ਮੇਰੇ ਖਿਆਲ ਟਾਟੂ ਗੈਂਗ ਸੀਗਾ, ਉਹ ਉਹਨਾਂ ਨੇ ਛੱਡ ਦਿੱਤੇ, ਉਹ ਹੌਂਡੂਰਸ ਵਿੱਚ ਚਲੇ ਗਏ, ਗੁਆਟਾਮਾਲਾ ਚ ਚਲੇ ਗਏ। ਉਹਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਉਹੀ ਚਲਾਉਂਦੇ ਆ। ਸੇਮ ਥਿੰਗ ਮੈਕਸੀਕੋ ਤੇ ਇਹ ਇੰਡੀਆ ਚ ਹੋ ਜਾਊਗਾ। ਇਹਨਾਂ ਦਾ ਪਤਾ ਨਹੀਂ ਸ਼ਾਰਟ ਟਰਮ ਵਿਜ਼ਨ ਹੈਗਾ ਵੀ ਅਸੀਂ ਇਦਾਂ ਦੀ ਅਰਾਜਕਤਾ ਫੈਲਾ ਦਈਏ, ਮੁੜ ਕੇ ਰੱਬ ਰਾਖਾ ਜਿੱਤ ਕੇ 24 ਨੂੰ ਤਾਂ ਕੰਟਰੋਲ ਕਰ ਲਾਂਗੇ, ਨਹੀਂ ਤਾਂ ਫਿਰ ਜੋ ਹੈਗਾ ਆਪਣੇ ਰਾਹੁਲ ਗਾਂਧੀ ਹੁਣੀ ਆਪੇ ਸਾਂਭਣਗੇ। ਯੂਪੀ ਦਾ ਇਹਨਾਂ ਨੇ ਜਿੱਤੇ ਲਈ ਆ 7 ਸਾਲ ਇਹਨਾਂ ਦੇ। ਚਲੋ ਇਲੈਕਸ਼ਨ ਦਾ ਕੰਮ ਤਾਂ ਹੈਗਾ, ਪਰ ਹੁਣ ਜਦੋਂ ਕੋਈ ਇਨਵੈਸਟਮੈਂਟ ਨਹੀਂ ਆ ਰਹੀ, ਮੂਵਮੈਂਟ ਨਹੀਂ ਹੋ ਰਹੀ, COVID-19 ਨੇ ਕੰਮ ਖਰਾਬ ਕਰਤੇ, ਲੋਕ ਸੜਕਾਂ ਤੇ ਬੈਠੇ ਆ, ਪਤਾ ਤਾਂ ਉਹਨਾਂ ਸਾਰਿਆਂ ਨੂੰ ਹੈਗਾ ਵੀ ਕੀ ਕੀਤਾ ਜਾਵੇ। ਉਹ ਹੁਣ ਉਹਨਾਂ ਕੋਲੇ ਬਜਟ ਵੀ ਹੈ ਨਹੀਂ, ਸ਼ਾਰਟ ਟਰਮ ਸੋਚਿਆ ਹੈਗਾ ਵੀ ਚੱਲ ਵਿਚਾਰੇ ਇਹ 8 ਲੱਖ ਰੁਪਈਆ ਇਹਨਾਂ ਨੂੰ ਦੇ ਦਿਆਂਗੇ, ਜਦ ਵਾਪਸ ਆਉਣਗੇ 4 ਸਾਲਾਂ ਬਾਅਦ। ਫਿਰ ਹੋ ਸਕਦਾ ਕਿ ਅੱਧੇ ਪੜ੍ਹ ਪੁੜ ਵੀ ਜਾਣਗੇ, ਤਾਂ ਨਹੀਂ ਵੀ ਸਾਰੇ ਗੰਨਾ ਲੈ ਕੇ ਉਹਨਾਂ ਨੂੰ ਮੰਨ ਸੀ। ਇਹ ਵੀ ਕੋਸ਼ਿਸ਼ ਕਰਦੇ ਨੇ। ਜਨਰਲ ਸਟੇਟਮੈਂਟ ਸੁਣ ਰਿਹਾ ਸੀ ਹੁਣੇ 2 ਘੰਟੇ ਪਹਿਲਾਂ, ਵੀ 2-4 ਘੰਟੇ ਪਹਿਲਾਂ। ਇਟਸ ਹੈਪਨਿੰਗ। ਚਲੋ ਵਿਊ ਨੇ ਆਪਦੇ, ਪਰ ਮੈਜੋਰਟੀ ਆਫ ਦਾ ਪੀਪਲ ਰਿਜੈਕਟਡ ਇਟ। ਤੇ ਬਾਕੀ ਪਿਸ਼ੌਰਾ ਸਿੰਘ ਜੀ ਇਹਨੂੰ ਕਲੋਜ਼ ਕਰਕੇ ਫਿਰ ਦੂਸਰਾ ਆਪਣਾ 5-7 ਮਿੰਟ ਦਾ ਦੂਸਰਾ ਹੈਗਾ ਸ਼ਾਰਟ ਵਨ। ਵੇਖੋ, ਇੰਪਲੋਇਮੈਂਟ ਜਨਰੇਟ ਕਰਨ ਦਾ ਸਭ ਤੋਂ ਵੱਡਾ ਸੋਰਸ ਜਿਹੜਾ ਉਹ ਗਵਰਨਮੈਂਟ ਸੈਕਟਰ ਹੀ ਹੁੰਦਾ ਪਹਿਲੋਂ ਤਾਂ, ਨੰਬਰ 1 ਤੇ। ਉਹ ਤਾਂ ਇਹਨਾਂ ਆਲਰੇਡੀ ਵੇਚ ਹੀ ਦਿੱਤਾ, ਉਹ ਤਾਂ ਕਾਰਪੋਰੇਸ਼ਨ ਜਦੋਂ ਦੇ ਦਿੱਤਾ ਤੇ ਉਹ ਮੇਨ ਜਿਹੜਾ ਉਹ ਤਾਂ ਉਹਦੇ ਮੁਕਾਬਲੇ ਤੇ ਤੁਸੀਂ ਪੰਜਾਬ ਦੇ ਭਗਵੰਤ ਮਾਨ ਦੀ ਤੁਸੀਂ ਪਾਲਿਸੀ ਵੇਖੋ ਕਿ ਉਹਨੇ ਭਾਵੇਂ 25,000 ਹੀ ਪੋਸਟਾਂ ਕੱਢੀਆਂ ਗਵਰਨਮੈਂਟ ਦੀਆਂ,
ਕੱਢੀਆਂ ਔਰ ਉਹ ਗਵਰਨਮੈਂਟ ਦੇ ਸੈਕਟਰ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੁੰਦੇ ਆ। ਹਾਂਜੀ ਦੂਸਰੇ ਪਾਸੇ ਉਹ ਪਾਲਿਸੀ ਜਿਹੜੀ ਆ ਉਹ ਗਵਰਨਮੈਂਟ ਦੇ ਸੈਕਟਰ ਦਾ ਬਿਲਕੁਲ ਹੀ ਦੁਆਲਾ ਕੱਢ ਕੇ ਤੇ ਇਸ ਤਰ੍ਹਾਂ ਦੇ ਗਿਮਿਕ ਜਿਹੜੇ ਆ ਉਹਦੇ ਵਿੱਚ ਲਾਉਣਾ ਚਾਹੁੰਦੇ ਆ ਤੇ ਅਲਟੀਮੇਟਲੀ ਜਿਹੜੇ ਆ ਨਾ ਉਹ ਜਾਂ ਤਾਂ ਜਿਵੇਂ ਚੀਮਾ ਸਾਹਿਬ ਨੇ ਇਸ਼ਾਰਾ ਕੀਤਾ ਦੈਟਸ ਅ ਵੈਰੀ ਵੈਰੀ ਡੇਂਜਰਸ ਥਿੰਗ ਵੀ ਇਹ ਜਿਹੜੇ ਮੌਬ ਮਤਲਬ ਜਿਸ ਤਰ੍ਹਾਂ ਅਸੀਂ ਹੈਂਡਲ ਕਰਦੇ ਆ ਜਿਹੜੇ ਸਿਰਫ ਪਹਿਲਾਂ ਡੰਡਾ ਸੋਟਾ ਹੀ ਮਾਰਦੇ ਸੀ ਹੁਣ ਉਹ ਬੰਦੂਕਾਂ ਵਾਲੇ ਵੀ ਹੋਣਗੇ ਤੇ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਵਰਤਾਂਗੇ ਬਟ ਦੇ ਸ਼ੁੱਡ ਫੋਰਗੇਟ ਇਟ। ਇਹ ਸ਼ੇਰ ਦੀ ਸਵਾਰੀ ਜਿਸ ਤਰ੍ਹਾਂ ਗੁਪਤਾ ਸਾਹਿਬ ਨੇ ਆਖਿਆ ਇਹ ਉਹ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਤੁਸੀਂ ਟ੍ਰੇਨ ਕਰਕੇ ਤੇ ਉਹਨਾਂ ਨੂੰ ਛੱਡ ਦਿਓਗੇ ਤੇ ਫਿਰ ਉਹ ਜਿਹੜਾ ਨਾ ਉਹ ਤੁਹਾਡੇ ਵੀ ਜਿਹੜਾ ਨਾ ਉਹ ਕਹਿ ਤੇ ਨਹੀਂ ਲੱਗਣਗੇ ਫਿਰ ਉਹ ਆਪਣਾ ਰਾਹ ਜਿਹੜਾ ਨਾ ਉਹ ਦਰਿਆ ਵਾਂਗ ਜਿਹੜਾ ਨਾ ਆਪਣਾ ਰਾਹ ਬਣਾਉਣਗੇ। ਸੋ ਇਹ ਚੀਜ਼ਾਂ ਜਿਹੜੀਆਂ ਨਾ these are very ਹਾਈ ਰਿਸਕੀ ਇਹ ਜਿਹੜੀਆਂ ਸੋਲੂਸ਼ਨਸ ਨੇ ਇਹ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ। ਪਰਮਾਨੈਂਟ ਸੋਲੂਸ਼ਨ ਇਹੋ ਸੀਗਾ ਕਿ ਜਿਹੜੇ ਗਵਰਨਮੈਂਟ ਸੈਕਟਰ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਔਰ ਉਹਦੇ ਵਿੱਚ ਪਰਮਾਨੈਂਟ ਜੌਬ ਜਿਹੜੀਆਂ ਕੱਢੀਆਂ। ਥੈਂਕ ਯੂ ਜੀ। ਨੈਕਸਟ ਅਪ ਆਪਣਾ ਹੈ ਜੀ ਸਿੱਧੂ ਮੂਸੇਵਾਲਾ। ਐਕਚੁਅਲੀ ਨਾ ਸਿੱਧੂ ਮੂਸੇਵਾਲਾ ਆਪਦੇ ਟਾਈਮ ਨਾਲ ਥੋੜੇ ਜਿਹੇ ਟਾਈਮ ਦੇ ਵਿੱਚ ਵੀ ਉਹ ਇੰਨਾ ਜ਼ਿਆਦਾ ਪਪੂਲਰ ਹੋ ਗਿਆ। ਬਾਕੀ ਮੈਚੁਰ ਬੰਦੇ ਤਾਂ ਨਹੀਂ ਪਤਾ ਜਿਹੜੇ ਥੋੜੇ ਜਿਹੇ ਇੱਧਰ ਉੱਧਰ ਆ ਇਹ ਬੱਚੇ ਆ ਜਿਹੜੇ ਉਹ ਆਪਾਂ ਨੂੰ ਹੁਣ ਪਤਾ ਲੱਗਿਆ ਕਿ ਇਹਦੇ ਫਾਲੋਅਰ ਕਿੰਨੇ ਸੀਗੇ। ਬੱਚੇ ਵਰਲਡ ਵਾਈਡ ਯੰਗ ਜਨਰੇਸ਼ਨ ਕਹਿ ਸਕਦਾ ਮੈਂ ਉਹ ਐਜੂਕੇਟਡ ਵੀ ਕਹਿ ਸਕਦਾ ਜਨਰੇਸ਼ਨ ਮੈਚੁਰ ਪੀਪਲ ਦੇ ਡੋਂਟ ਕੇਅਰ। ਪਰ ਹੁਣ ਉਹ ਵੀ ਸੁਣਨ ਲੱਗੇ ਜਿਵੇਂ ਤੁਸੀਂ ਪਿਸ਼ੌਰਾ ਸਿੰਘ ਜੀ ਕਿਹਾ ਵੀ ਉਹ ਡੀਪ ਤੁਸੀਂ ਵੀ ਲਫ਼ਜ਼ ਡੀਪ ਕਿਹਾ ਨਾ ਇਹ ਮੈਂ ਬਹੁਤ ਬੰਦਿਆਂ ਤੋਂ ਸੁਣਿਆ। ਉਹ ਬੰਦੇ ਕਈ ਗੋਡ ਗਿਫਟਡ ਹੁੰਦੇ ਨੇ ਥੋੜੇ ਸਾਲਾਂ ਦੇ ਵਿੱਚ ਹੀ ਇੱਕ ਪਿੰਡ 'ਚ ਪੈਦਾ ਹੋਇਆ ਇੰਜੀਨੀਅਰ ਬਣ ਗਿਆ ਫਿਰ ਉਹਨੇ ਪੇਂਡੂ ਤੁਹਾਨੂੰ ਪਤਾ ਖੇਤੀਬਾੜੀ ਵਾਲੇ ਬਣਦੇ ਆ ਟਰੈਕਟਰਾਂ ਨਾਲ ਪਿਆਰ ਹੁੰਦਾ ਉਹਦਾ ਪਿਆਰ ਵੀ ਨਹੀਂ ਗਿਆ ਉਹਨੇ ਆਪ ਹੀ ਲਿਖਣ ਲੱਗ ਗਿਆ। ਜਿਹੜਾ ਬੰਦਾ ਆਪ ਲਿਖਣ ਲੱਗ ਜਾਂਦਾ ਨਾ ਕਲਮ ਲੈ ਕੇ ਉਹਦਾ ਬ੍ਰੇਨ ਡਿਫਰੈਂਟ ਹੋ ਜਾਂਦਾ ਜਿਵੇਂ ਇੰਜੀਨੀਅਰ ਕਰਦੇ ਨੇ। ਸੋ ਪਰਪਸ ਇਹ ਆ ਇਸ ਵਕਤ ਸਿੱਧੂ ਮੂਸੇਵਾਲੇ ਦਾ ਇਹ ਲੈ ਲਓ ਵੀ ਡੈਥ ਤੋਂ ਬਾਅਦ ਹੋਇਆ ਪਰ ਇਸ ਵਕਤ ਅੱਜ ਵੀ ਡਿਸਕਸ਼ਨ ਕਦੇ 8-10 ਬੰਦੇ ਬੈਠੇ ਸੀ ਮੇਰੇ ਨਾਲ ਉਹੀ ਗੱਲਾਂ ਕਰਕੇ ਉਹਨਾਂ ਚੋਂ 90% ਇਹੀ ਕਹਿ ਰਹੇ ਸੀ ਕਿ ਉਹ ਬॉय ਡੀਪ ਉਹਦੇ ਬੜੇ ਨੌਲੇਜ ਵਾਲੀ ਚੀਜ਼ਾਂ ਸੀਗੀਆਂ। ਤੇ ਕੁਐਸਚਨ ਇਹ ਆ ਹੁਣ ਉਹਦੇ ਚਲੋ ਮਰਡਰ ਹੋ ਗਿਆ ਕਿਸੇ ਨੇ ਕਰਾਇਆ ਉਹ ਆਪਦਾ ਦੇ ਵਿਊ ਹੈਗੇ ਨੇ ਪਰ ਥੋੜਾ ਜਿਹਾ ਆਪਾਂ ਇਹਨੂੰ ਸ਼ਾਰਟ ਦੇ ਵਿੱਚ 4 ਮਿੰਟ ਵਿੱਚ ਖਤਮ ਕਰ ਦਿਆਂਗੇ। ਤੇ ਮਾਂ ਪਿਓ ਨੇ ਸਭ ਤੋਂ ਵੱਧ ਕਿ ਲੋਕ ਇਹ ਮਹਿਸੂਸ ਕਰਦੇ ਆ ਵੀ ਉਹਦੇ ਮਾਂ ਪਿਓ ਬਹੁਤ ਸਫਰ ਕਰਨਗੇ ਵਿਚਾਰਿਆਂ ਦੇ ਜਿਹੜੇ ਸਾਹਮਣੇ ਐਡਾ ਬੱਚਾ ਹਾਈ ਲੈਵਲ ਤੇ ਲੋਕਾਂ ਦੀ ਇਸ ਕਰਕੇ ਸੈਂਪਥੀ ਵੀ ਬਹੁਤ ਜ਼ਿਆਦਾ ਇਸ ਕਰਕੇ ਵੀ ਹੈਗੀ ਜੇ 2-4 ਮੁੰਡੇ ਹੁੰਦੇ ਹੋਰ ਲੋਕਾਂ ਨੇ ਇੰਨਾ ਜ਼ਿਆਦਾ ਨਹੀਂ ਬੌਧ ਕਰਨਾ ਨੋਟ ਡਿਫਰੈਂਟ। ਹੁਣ ਚੀਮਾ ਸਾਹਿਬ ਤੁਸੀਂ ਇੱਥੇ ਦੱਸੋ ਕੀ ਤੁਹਾਡੇ ਵਿਊ ਹੈਗੇ ਆ। ਹਾਂਜੀ ਸਰ ਮੈਂ ਬਰੀਫਲੀ ਦੱਸਾਂ ਇੱਕ ਤਾਂ ਹੀ ਤੁਸੀਂ ਮਾਂ ਪਿਓ ਦੀ ਗੱਲ ਕੀਤੀ ਦੇਖੋ ਪੰਜਾਬ ਦੇ ਬਹੁਤ ਮਾਪਿਆਂ ਨੇ ਸਫਰ ਕੀਤਾ ਜਿਨ੍ਹਾਂ ਇਕੱਲੇ ਗਏ ਨੇ ਪਰ ਠੀਕ ਹੈ ਪਰ ਇਹਦੀ ਕੰਟਰੀਬਿਊਸ਼ਨ ਹੈਗੀ ਇਹ ਜਿਵੇਂ ਦੱਸਿਆ ਮਾਸ ਫੋਲੋਇੰਗ ਵਰਲਡ ਵਾਈਡ ਇਹਦੇ ਮਗਰ ਸੀਗੀ। ਮੇਰਾ ਪਰਸਨਲ ਐਕਸਪੀਰੀਅੰਸ ਹੈ ਮੈਂ ਵੀ ਜਿਵੇਂ ਆਈ ਸੁਣਿਆ ਹਥਿਆਰ ਚਲਾਣੇ ਨਾਮ ਕਦੇ ਲਾਈਕ ਐਕਚੁਅਲੀ ਮੈਂ ਸੁਣਿਆ ਨਹੀਂ ਸੀ ਸਿੱਧੀ ਗੱਲ ਪਰ ਹੁਣ ਉਸ ਤੋਂ ਬਾਅਦ ਜਦੋਂ ਹੈਪਨ ਹੋਇਆ ਉਹਦੀ ਇੰਟਰਵਿਊ ਲਾਸਟ ਜਿਹੜੀ ਇੰਟਰਵਿਊ ਮੈਂ ਸੁਣੀ ਸੀਗੀ ਉਹਦੇ ਵਿੱਚ ਉਹਦੇ ਜੋ ਵਰਡ ਸੀਗੇ ਉਹ ਕਹਿੰਦਾ ਵੀ ਮੈਂ ਜੋ ਕਰਦਾ ਮੈਂ ਕੋਈ ਵਾਇਲੈਂਸ ਪ੍ਰਚਾਰ ਨਹੀਂ ਕਰਦਾ ਨਾ ਕਿਸੇ ਨੂੰ ਕਰਨੀ ਚਾਹੀਦੀ ਹੈ ਇਹ ਚੀਜ਼ ਸਾਨੂੰ ਪੀਸਫੁਲੀ ਰਹਿਣਾ ਕੋਈ ਰਜਿਸਟਰ ਬਾਕੀ ਕਹਿੰਦਾ ਛੋਟੀ ਉਮਰੇ ਅਸੀਂ ਵੀ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ ਪਰ ਕਹਿੰਦਾ ਕੋਈ ਸੋਲੂਸ਼ਨ ਨਹੀਂ ਹੈ ਮੀਨਸ ਉਹ ਪਰਸਨ ਏਜ ਦੇ ਨਾਲ ਮੈਚੁਰ ਹੋ ਰਿਹਾ ਸੀਗਾ। ਹੁਣ ਉਹਦੀਆਂ ਗੱਲਾਂ ਸੁਣੋ ਤਾਂ ਉਹ ਤੋਂ ਪਤਾ ਲੱਗ ਜਾਏ 295 ਵਾਲਾ ਵੀ ਸੈਕਸ਼ਨ ਵਾਲੇ ਵੀ ਨੇ ਗਾਣਾ ਗਾਇਆ ਜਾਂ ਹੋਰ ਵੀ ਗਾਇਆ ਉਹ ਮੈਚੁਰ ਹੋ ਰਿਹਾ ਸੀ ਚੰਗੇ ਪਾਸੇ ਜਾ ਰਿਹਾ ਸੀ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਜੋ ਚੀਜ਼ਾਂ ਦੇਖੇ ਚੰਗੇ ਪਾਸੇ ਹੈਗਾ। ਬਾਕੀ ਪਿਸ਼ੌਰਾ ਸਿੰਘ ਜੀ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਆਪਾਂ ਇਹ ਗੈਂਗ ਦੀ ਤਾਂ ਗੱਲ ਕਰ ਲਈ ਵੀ ਉੱਥੇ ਬਿਸ਼ਨੋਈ ਤੱਕ ਤੇ ਥੱਲੇ ਤੱਕ ਤਾਂ ਸਾਰਾ ਨੰਗਾ ਹੋ ਗਿਆ ਪਰ ਉਹਦੇ ਉੱਪਰ ਕੀ ਹੈ ਉਹ ਅਜੇ ਪਰਤਾਂ ਨਹੀਂ ਖੁੱਲਿਆ ਉਹਦੇ 'ਚ ਡੈਫੀਨੇਟਲੀ ਉੱਪਰ ਪਰਤਾਂ ਨੇ ਇਸੇ ਕਰਕੇ 12-13 ਦਿਨ ਦਿੱਲੀ ਦੀ ਪੁਲਿਸ ਨੇ ਉਹਨੂੰ ਉੱਥੇ ਰਿਮਾਂਡ ਤੇ ਰੱਖਿਆ ਔਰ ਪੂਰਾ ਟ੍ਰੇਨ ਕਰਕੇ ਭੇਜਿਆ ਕਿ ਪੰਜਾਬ ਪੁਲਿਸ ਦੇ ਸਾਹਮਣੇ ਕੋਈ ਦੱਸੇ ਨਾ। ਸੋ ਇਹ 'ਚ ਹਾਈ ਤੁਸੀਂ ਚੀਮਾ ਸਾਹਿਬ ਵਕੀਲ ਹੈਗੇ ਚੀਮਾ ਸਾਹਿਬ ਤੁਸੀਂ ਵਕੀਲ ਹੋ ਐਜ਼ ਏ NRI ਵਰਲਡ ਵਾਈਡ ਸਕਾਲਰ ਤੁਸੀਂ ਮੈਨੂੰ ਦੱਸੋ ਵੀ ਪੋਸੀਬਿਲਿਟੀ ਹੈਗੀ ਆ ਬਈ ਸੋਲਵ ਹੋ ਜਾਏਗਾ ਇਮੀਡੀਏਟਲੀ ਉਹੀ ਲੰਬਾ ਹੀ ਲੈ ਜਾਣਗੇ ਜਿਵੇਂ ਪੁਰਾਣਾ ਚੱਲਦਾ। ਇਹ ਦੇਖੋ ਜੀ ਹੁਣ ਇਸ ਟਾਈਮ ਪੰਜਾਬ ਪੁਲਿਸ ਤੇ ਡਿਪੈਂਡ ਕਰਦਾ ਜੇ ਤਾਂ ਕੁਝ ਕਢਾ ਗਏ ਅਦਰਵਾਈਜ਼ ਸਾਰੀ ਏਜੰਸੀ ਉਹਨੂੰ ਪ੍ਰੋਟੈਕਟ ਕਰਨ ਤੇ ਲੱਗੀਆਂ ਹੋਈਆਂ ਬਿਸ਼ਨੋਈ ਕਿਉਂਕਿ ਉਹ ਹੈ ਕਿ ਉਹਦੇ ਪਿੱਛੇ ਕਿਹੜੀ ਫੋਰਸ ਹੈ ਉਹ ਨਾ ਸਾਹਮਣੇ ਨੰਗੀ ਹੋ ਜੇ ਉਹਦੇ ਪਿੱਛੇ ਫੋਰਸ ਹੈ ਇੰਨਾ ਇਕੱਲਿਆਂ ਦਾ ਸਿੱਧਾ ਹੱਥ ਨਹੀਂ ਹੈਗਾ ਇਹ 'ਚ ਕੋਈ ਸੁਖਪਾਲ ਜੀ ਤੁਹਾਡੇ ਬਾਅਦ ਆਪਣੇ ਗੁਪਤਾ ਸਾਹਿਬ ਤੇ ਪਿਸ਼ੌਰਾ ਸਿੰਘ ਕਲੋਜ਼ ਕਰ ਦੇਣਗੇ। ਥੈਂਕ ਯੂ ਜੀ। ਸੁਖਪਾਲ ਜੀ ਮਾੜੀ ਗੱਲ ਆ ਜੀ ਮਾਪਿਆਂ ਦਾ ਪੁੱਤ ਗਿਆ ਬਾਕੀ ਲੋਕਾਂ ਦਾ ਤਾਂ ਕਿਸੇ ਦਾ ਕੁਝ ਨਹੀਂ ਜਾਂਦਾ ਅਸੀਂ ਤਾਂ ਠੀਕ ਹੈ ਸ਼ੁਰੂ ਤੋਂ ਉਹਦੇ ਗਾਣੇ ਸੁਣਦੇ ਸੀਗੇ ਬਾਕੀ ਜਿਹੜੀ ਗੱਲ ਹੈਗੀ ਆ ਇਹਦੇ ਵਿੱਚ ਰਿਜ਼ਲਟ ਨਿਕਲਣਾ ਹੈਗਾ ਕਿਉਂਕਿ ਜਦੋਂ ਤੱਕ ਤੁਸੀਂ ਉਹ ਤਾਂ ਜੇਲ੍ਹ ਵਿੱਚ ਬੈਠਾ ਹੈਗਾ
ਤੇ ਜੋ ਮਰਜ਼ੀ ਉਹਦੇ ਤੇ ਪਾਈ ਜਾਓ ਕੇਸ, ਉਹ ਤੇ ਅੱਗੇ ਚੱਲਦੇ ਆ ਬਿਸ਼ਨੋਈ ਤੇ ਜਾਂ ਹੋਰ ਗੈਂਗਸਟਰ ਤੇ ਉਦੋਂ ਤੱਕ ਤਾਂ ਜਿਹੜੇ ਬੰਦੇ ਨੇ ਸ਼ੂਟ ਕੀਤਾ ਉਹ ਨਹੀਂ ਫੜ ਹੁੰਦਾ, ਉਹ ਦੱਸੂਗਾ ਵੀ ਕੌਣ ਕਿਹਨੇ ਆਰਡਰ ਦਿੱਤਾ, ਤੇ ਜਿਹੜੇ ਫਿਰ ਉੱਥੇ ਤੱਕ ਪਹੁੰਚਣਗੇ ਉਹ ਦੱਸੂਗਾ ਕਿਹਨੇ ਮਰਵਾਇਆ। ਇਹ ਤਾਂ ਇਹਨਾਂ ਤੇ ਇੱਕ ਤਾਂ ਜ਼ਿੰਮੇਵਾਰੀਆਂ ਲਈ ਜਾਂਦੇ ਆ, ਕਦੀ ਉਹਨੇ ਕਹਿਤਾ ਉਹ ਕਰਤਾ, ਉਹਨੇ ਕਹਿਤਾ ਆਹ ਕਰਤਾ, ਹੁਣ ਵੀ ਅਜੇ ਫੜੀ ਜਾਂਦੇ। ਤੇ ਮੇਨ ਬੰਦੇ ਤਾਂ ਨਹੀਂ ਫੜ ਹੁੰਦੇ, ਜੋ ਪਹਿਲਾਂ ਵੀ 2-3 ਹੋਏ ਆ ਮਰਡਰ, ਇਦਾਂ ਮੇਨ ਬੰਦੇ ਤਾਂ ਫੜ ਹੀ ਨਹੀਂ ਹੁੰਦੇ, ਜਿਹੜੇ ਉਹ ਤਾਂ ਫੜ ਹੀ ਨਹੀਂ ਹੁੰਦਾ। ਹੁਣ ਬਿਸ਼ਨੋਈ ਤੇ 30 ਕੇਸ ਹੈਗੇ, 31ਵਾਂ ਹੋਰ ਪੈ ਜਾਊ, ਉਹਨੂੰ ਕੀ ਫਰਕ ਪੈਣਾ? ਉਹਨੂੰ ਐਜੂਕੇਸ਼ਨ ਤਾਂ ਉਹਦੀ ਕਰਦੇ ਨੇ ਨਾ, ਉਹਨੂੰ ਕੁਝ ਨਹੀਂ ਕਰਦੇ, ਉਹ ਤਾਂ ਉਹਨੂੰ ਪ੍ਰੋਟੈਕਟ ਕੀਤਾ ਹੋਇਆ। ਹੁਣ ਕਿਹਨੇ ਕਰਾਇਆ ਇਹ ਵੀ ਉਹ ਵੀ ਨਹੀਂ ਦੱਸਦਾ। ਉਹਨੇ ਉਹ ਕਹਿਤਾ ਵੀ ਸਾਡੇ ਤਾਂ ਵੀ ਸੋਸ਼ਲ ਮੀਡੀਆ ਅਕਾਊਂਟ ਹੈਗੇ, ਪਤਾ ਨਹੀਂ ਕੌਣ ਆਪਰੇਟ ਕਰਦਾ, ਉੱਥੋਂ ਨਿਕਲ ਗਿਆ। ਦੂਜਾ ਪੁਲਿਸ ਨੂੰ ਸੇਵ ਕਰਨ 'ਚ ਲੱਗੀ ਹੋਈ ਆ। ਤੇ ਇਹ ਬਹੁਤ ਜ਼ਿਆਦਾ ਗੁੰਝਲਦਾਰ ਹੋਈ ਜਾਂਦਾ ਹੈਗਾ। ਇਹ ਉਸ ਟਾਈਮ ਤੇ ਪੰਜਾਬ ਪੁਲਿਸ ਨੂੰ ਐਕਟ ਕਰਨਾ ਚਾਹੀਦਾ ਸੀਗਾ। 30 ਕਿਲੋਮੀਟਰ ਦੇ ਰੇਡੀਅਸ ਤੋਂ ਕੋਈ ਬਾਹਰ ਨਿਕਲ ਗਿਆ ਤਾਂ ਨਿਕਲ ਗਿਆ, ਉਹਨਾਂ ਨੂੰ ਉਦੋਂ ਫੜ ਲੈਂਦੇ ਜਿਹੜੇ ਬੰਦੇ ਨੇ ਕੀਤਾ ਸੀਗਾ, ਉਹ ਕਹਾਣੀ ਹੋਰ ਹੋਣੀ ਸੀ। ਥੈਂਕ ਯੂ ਜੀ। ਗੁਪਤਾ ਸਾਹਿਬ। ਸਮਝਦਾ ਕਿ ਏਦਾਂ ਜਿਹੜੇ ਮਰਡਰ ਹੁੰਦੇ ਨਾ ਜੀ, ਇਹ ਡੈਡ ਐਂਡ ਤੱਕ ਨਹੀਂ ਪਤਾ ਲੱਗਦਾ ਕਿਹੜੇ ਕਿਹੜੇ ਫੋਰਸ ਇਨਵੋਲਡ ਹੈ, ਇਹਦਾ ਰੀਜ਼ਨ ਕੀ ਸੀ ਉਹਨੂੰ ਮਾਰਿਆ ਗਿਆ, ਉਹਦੇ ਵਿੱਚ ਕਿਹੜੇ ਕਿਹੜੇ ਗੈਂਗ ਆਪਰੇਟ ਕਰਦੇ ਨੇ, ਉਹ ਕਿਉਂ ਇਹਨੂੰ ਕਿਉਂ ਮਾਰਿਆ ਗਿਆ ਉਹਨਾਂ ਗੈਂਗ ਵੱਲੋਂ, ਜਿਹੜੇ ਬੰਦੇ। ਇਹ ਬੜਾ ਡਿਫਿਕਲਟ ਐਨਾਲਿਸਿਸ ਹੁੰਦਾ ਹੈ। ਹੁਣ ਜਿਹੜਾ ਦੀਪ ਸਿੱਧੂ ਸੀ, ਉੱਥੇ ਜਿਹੜਾ ਉਹ ਪਾਣੀਪਤ ਤੋਂ ਆ ਰਿਹਾ ਸੀ ਚੰਡੀਗੜ੍ਹ, ਦੇਖੋ ਨਾ, ਉਹਦੀ ਕਿਸੇ ਨੇ ਇਨਕੁਆਇਰੀ ਨਹੀਂ ਮੰਗ ਕੀਤੀ। ਉਹ ਨਹੀਂ ਲੱਭਿਆ। ਝੰਡਾ ਲਹਿਰਾਇਆ ਸੀ ਦਿੱਲੀ, ਜਿਹੜਾ ਉਹ ਕਿਸਾਨਾਂ ਦਾ। ਔਰ ਹਾਲਾਂਕਿ ਮੈਂ ਉਹਦਾ ਕਈ ਵਾਰੀ ਭਾਸ਼ਣ ਸੁਣਨਾ ਹੁੰਦਾ, ਉਹਦੇ 'ਚ ਭਾਸ਼ਣ ਨਾ ਬਹੁਤ ਇੱਕ ਫਿਲੋਸਫੀ ਸੀ, ਆਈ ਡੋਂਟ ਡਿਫੈਂਡ ਸਰਟਨ ਥਿੰਗਸ, ਪਰ ਉਹਦਾ ਜਿਹੜਾ ਕੰਟੈਂਟ ਸੀ ਨਾ ਭਾਸ਼ਣ ਦਾ, ਉਹ ਇੱਕ ਸੈਲਫ, ਇੱਕ ਰੀਅਲ ਪੰਜਾਬ ਨੂੰ, ਮਤਲਬ ਉਹਦੀ ਕੋਈ ਇਨਕੁਆਇਰੀ ਨਹੀਂ ਕਰ ਰਿਹਾ ਕੋਈ ਪੋਲੀਟੀਕਲ ਪਾਰਟੀ, ਕੋਈ ਪੋਲੀਟੀਕਲ। ਸੋ ਮੂਸੇਵਾਲਾ ਦਾ ਵੀ ਜਿਹੜਾ ਮਰਡਰ ਹੋ ਗਿਆ ਹੈ, ਉਹ ਡੈਡ ਨਹੀਂ ਪਤਾ ਲੱਗਣਾ। ਇਹ ਠੀਕ ਹੈ 6 ਮਹੀਨੇ ਥੋੜੀ, ਕਿਉਂਕਿ ਬਿਹਾਈਂਡ ਦਾ ਮਰਡਰ ਕੀ ਸੀ? ਕਿਉਂਕਿ ਜੇ ਦੇਖੋ ਗੈਂਗਸ ਜਿਹੜੇ ਇਨਵੋਲਡ ਹੁੰਦੇ ਨਾ ਪਾਰਟੀ, ਇਹ ਗੈਂਗਸ ਜਿਹੜੇ ਬੰਦੇ ਗੈਂਗਾਂ 'ਚ ਹੁੰਦੇ ਨਾ, ਉਹ ਗੈਂਗਾਂ ਨੂੰ ਹੀ ਮਾਰ ਦਿੰਦੇ ਨੇ। ਹੁਣ ਇਹਨਾਂ ਦਾ ਕਿਆ ਇਕਨੋਮਿਕ ਇੰਟਰਸਟ ਸੀ, ਕਿਆ ਫਾਈਨੈਂਸ਼ੀਅਲ ਇੰਟਰਸਟ, ਠੀਕ ਹੈ, ਕਵਿਤਾਵਾਂ ਬੈਸਟ ਹੈ ਹੁੰਦੀਆਂ, ਨੋ ਪ੍ਰੋਬਲਮ, ਚੇਂਜ ਦੀ ਥਾਟ ਪ੍ਰੋਸੈਸ। ਅੱਛਾ, ਹਾਂਜੀ ਹਾਂਜੀ, ਥੈਂਕ ਯੂ। ਥੈਂਕ ਯੂ ਜੀ। ਪਸ਼ੌਰਾ ਸਿੰਘ ਜੀ, ਕਲੋਜ਼ ਕਰ। ਵੇਖੋ, ਇਹ देयर हैज टू बी एंड टू दिस। ਜੇ ਸਭਤਾ ਨੇ ਬਚਣਾ, ਜੇ ਡੈਮੋਕ੍ਰੇਸੀ ਨੇ ਬਚਣਾ, ਤੇ देयर हैज टू बी एंड टू दिस। ਹੁਣ ਜਿਹੜਾ ਪੰਜਾਬ ਪੁਲਿਸ ਨੇ, ਠੀਕ ਹੈ, ਉਹਨੇ ਮਿਸਟੇਕ ਪਹਿਲਾਂ ਕੀਤੇ ਹੋਣਗੇ ਜਾਂ ਕਿਸ ਤਰ੍ਹਾਂ ਵੀ ਆ, ਪਰ ਜਿਹੜਾ 14 ਦਿਨ ਉਹਨਾਂ ਨੂੰ ਇੰਟੈਂਸ਼ਨਲੀ ਦਿੱਲੀ ਸਰਕਾਰ ਨੇ, ਦਿੱਲੀ ਪੁਲਿਸ ਨੇ ਉਹਨਾਂ ਨੂੰ ਨੇੜੇ ਨਹੀਂ ਆਉਣ ਦਿੱਤਾ, ਉਹਦੇ 'ਚ ਉਦੋਂ ਵੀ ਵੱਡਾ ਨੁਕਸਾਨ ਜਿਹੜਾ ਉਹ ਹੋਇਆ, ਉਹਦੇ ਐਵੀਡੈਂਸ ਆ। ਬਟ ਹੈਵਿੰਗ ਸੈਡ ਦੈਟ, ਉਹਨਾਂ ਨੇ ਇਹ ਜਿਹੜੇ ਗੈਂਗਸਟਰਸ ਨੇ, ਉਹ ਤੋਂ ਥੱਲੇ ਵਾਲਾ ਜਿਹੜਾ ਸਿਲਸਿਲਾ, ਉਹ ਤਾਂ ਬਿਲਕੁਲ ਨੰਗਾ ਕਰ ਦਿੱਤਾ। ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਕਿੰਨੇ ਰੈਕੀ ਕੀਤੀ, ਕਿੱਥੋਂ ਕਿੱਧਰ ਨੂੰ ਗਿਆ, ਕੀ ਹੋਇਆ। ਹੁਣ ਉੱਪਰ ਵਾਲਾ ਜਿਹੜਾ ਨਾ, ਇਹਦੀਆਂ 2 ਫੇਜ਼ਸ ਨੇ। ਜਿਹੜੀ ਸੈਕੰਡ ਸਟੇਜ ਦੇ ਵਿੱਚ ਹੋ ਗਿਆ ਕੇਸ, ਜਿਹੜਾ ਗੈਂਗਸਟਰ ਜਿਹੜੇ ਆ, ਉਹ ਤਾਂ ਮਤਲਬ ਨਹੀਂ ਕਿ ਉਹਨਾਂ ਦਾ ਪਤਾ ਲੱਗਦਾ ਗੈਂਗਸਟਰ ਦਾ, ਕਿਉਂਕਿ ਉਹ ਹੱਥ ਹੀ ਨਹੀਂ ਆਉਂਦੇ ਹੁਣ ਤੱਕ। ਜਿਹੜਾ ਨਾ ਬਿਸ਼ਨੋਈ ਪੰਜਾਬ ਪੁਲਿਸ ਦੇ ਹੱਥ ਹੀ ਨਹੀਂ ਆਇਆ, ਇਹਨੂੰ ਆਉਣ ਹੀ ਨਹੀਂ ਦਿੱਤਾ। ਕਿੰਨੇ ਸਾਲ ਹੋ ਗਏ, ਉਹ ਤੇ ਕਿੰਨੇ ਉਹਦੇ ਤੇ ਮੁਕੱਦਮੇ ਹੈਗੇ, ਔਰ ਉਹਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਆ, ਪੰਜਾਬ ਦਾ ਪੁਲਿਸ ਦਾ, ਔਰ ਉਹ ਸੁਪਰੀਮ ਕੋਰਟ ਤੱਕ ਗਿਆ ਵੀ ਮੈਨੂੰ ਜਿਹੜਾ ਉਹ ਪੰਜਾਬ ਪੁਲਿਸ ਨੂੰ ਨਾ ਦਿਓ, ਬਾਕੀ ਹੋਰ ਕਿੱਥੇ ਦਿਓ। ਹੁਣ ਉਹ ਪੰਜਾਬ ਪੁਲਿਸ ਦੇ ਕੋਲ ਆ। ਹੁਣ ਜੇ ਇੱਥੇ ਵੀ ਜਿਹੜਾ ਉਹ ਨਹੀਂ ਉੱਪਰਲਾ, ਇਹਦੋਂ ਉੱਪਰਲੀ ਸਤਹ ਦਾ ਜਿਹੜਾ ਨਾ, that is the second phase ਜਿਹੜੀ ਪੁਲਿਸ ਜਿੱਤੇ ਕੰਮ ਕਰ ਰਹੀ ਹੈ। I hope and I think ਉਹ ਉੱਥੋਂ ਪਤਾ ਲੱਗੇਗਾ ਕਿ ਗੱਲ ਕਿੱਥੇ ਜਾਂਦੀ, ਤੇ ਉਹ ਅਗਲੇ ਕੁਝ ਆਉਂਦਿਆਂ ਦਿਨਾਂ ਦੇ ਵਿੱਚ ਉਹਦੇ ਨਖੇੜੇ ਹੋ ਜਾਣਗੇ। ਇੱਕ ਕੁਝ ਹੈਗੇ ਨੇ ਬੰਦੇ ਜਿਹੜੇ ਰਿਪੋਰਟਸ ਨੂੰ ਜਿਹੜਾ ਆਪਰੇਟ ਕਰ ਰਹੇ ਨੇ, ਬੜੀਆਂ ਵਧੀਆ ਉਹਨਾਂ ਦੀਆਂ ਫਾਈਂਡਿੰਗਸ ਨੇ, ਉਹ ਸੁਣਨ ਵਾਲੇ ਨੇ। ਪਰ ਮੈਂ ਦੂਸਰੇ ਟੌਪਿਕ ਤੇ ਜਾਣਾ ਚਾਹਣਾ। ਥੋੜਾ ਜਿਹਾ ਪਹਿਲਾਂ ਜਿਹੜੀ ਗੱਲ ਹੋਈ ਕਿ ਉਹਦੇ ਮਾਂ ਪਿਓ ਦਾ ਤੇ ਨੁਕਸਾਨ ਬੜਾ ਹੋਇਆ, ਉਹ ਤੇ ਧੱਕੇ ਖਾਣਗੇ, ਉਹਨਾਂ ਦੀ ਤਾਂ ਜ਼ਿੰਦਗੀ ਜਿਹੜੀ ਹੈ ਕਿਸਮ ਦੀ ਖਤਮ ਆ। ਪਰ ਇਟ ਇਜ਼ ਨਾਟ ਲਾਈਕ ਦੈਟ। ਉਹ ਸਿਰਫ ਉਹਨਾਂ ਦੀ ਨਹੀਂ, ਉਹ ਜਿਹੜੀ ਉਹਦੀ ਮਾਂ ਨੇ, ਉਹ ਅੱਸੀਆਂ ਜਿਹੜੀਆਂ ਆਪਣੇ ਹੱਥ ਵਿੱਚ ਫੜ ਕੇ ਤੇ ਕਰਲਾਉਂਦੀ ਨੇ, ਜਿਹੜੀ ਉਹਨੇ ਗੁਹਾਰ ਲਾਈ ਸੀ, ਉਹ ਜਿਹੜੀਆਂ ਨੂੰ ਉਹ ਸੁਣਨ ਵਾਲੇ। ਮੈਂ ਇੱਥੇ ਥੋੜਾ ਜਿਹਾ ਨੋਟ ਉੱਤੇ ਲਿਖਿਆ ਸੀ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਕਿ ਤੁਸੀਂ ਕੱਲ ਪੰਜਾਬ ਉਸ ਨੌਜਵਾਨ ਕਲਾਕਾਰ ਇਕਲੌਤੇ ਪੁੱਤ ਦੀ ਲਾਸ਼ ਉੱਤੇ ਕਰਲਾਉਂਦੀ ਮਾਂ ਦਾ ਵਿਰਲਾਪ ਸੁਣਿਆ। ਦੋਹੀਂ ਹੱਥੀਂ ਪੁੱਤ ਦੀਆਂ ਅੱਸੀਆਂ ਫੜੀ ਅੰਮੀ ਧਾਹਾਂ ਮਾਰਦੀ ਕੁਝ ਇਸ ਤਰ੍ਹਾਂ ਸੁਣਾਈ ਦਿੰਦੀ ਹੈ, ਲੋਕੋ ਕੋਈ ਇੱਥੇ ਆਪਣੇ ਪੁੱਤ ਨੂੰ ਹੁਣ ਇੰਨਾ ਵੀ ਸਫਲ ਨਾ ਹੋਣ ਦਿਓ ਕਿ ਉਹਨੂੰ ਮਰਵਾ ਹੀ ਦਿੱਤਾ ਜਾਏ। ਮੇਰਾ 6 ਫੁੱਟ ਪੁੱਤ ਵੇਖੋ, ਉਹਦੀ ਸਫਲਤਾ ਕਾਰਨ ਮਾਰ ਕੇ ਸੁਆਹ ਕਰ ਦਿੱਤਾ। ਵਿਦਵਾਨ ਦੋਸਤੋ, ਸੁਣਨ ਵਾਲਿਓ, ਕੈਨੇਡਾ ਤੋਂ ਪਰਤਿਆ ਟਿੱਬਿਆਂ ਦਾ ਉਹ ਪੁੱਤ ਉਹਨਾਂ ਨੌਜਵਾਨਾਂ ਵਿੱਚੋਂ ਹੀ ਸੀ
ਜਿਨ੍ਹਾਂ ਨੂੰ ਰੰਗੀਲਾ ਪੰਜਾਬ ਬਣਾਉਣ ਲਈ ਸਰਕਾਰ ਵਾਪਸ ਲਿਆਉਣ ਦੇ ਦਮਗਜੇ ਮਾਰ ਰਹੀ ਹੈ। ਉਹਨੇ ਤਾਂ ਖੁਦ ਵਾਪਸੀ ਕੀਤੀ ਤੇ ਉਹਨਾਂ ਟਿੱਬਿਆਂ ਵਿੱਚ ਖਲੋ ਕੇ ਹੀ ਆਪਣੀ ਕਲਾ ਰਾਹੀਂ ਪੰਜਾਬੀਆਂ ਦੀ ਦੁਨੀਆ ਵਿੱਚ ਬੱਲੇ ਬੱਲੇ ਕਰਵਾ ਦਿੱਤੀ। ਮੈਂ ਉਹਦੇ ਗੀਤ ਨਹੀਂ ਸੁਣੇ, ਤੁਹਾਡੇ ਵਿੱਚੋਂ ਵੀ ਕਈਆਂ ਨਹੀਂ ਸੁਣੇ ਹੋਣਗੇ, ਪਰ ਗੀਤਾਂ ਦੇ ਮਗਰ ਸਿੱਝੀ ਹੀ ਜਵਾਨੀ ਨੂੰ ਤੋੜ ਲੈਣ ਵਾਲੀ ਉਹਦੀ ਕਲਾ ਤੇ ਰਣਨੀਤੀ ਤੋਂ ਕਈ ਸੰਕੇਤ ਮਿਲਦੇ ਨੇ। ਗੀਤਾਂ ਵਿੱਚ ਅਸਲੇ ਦੀ ਗੱਲ ਕਰਨ ਵਾਲਾ ਕਥਿਤ ਦੋਸ਼ੀ ਕਲਾਕਾਰ ਜਿਵੇਂ ਮੌਜੂਦਾ ਹਾਲਾਤ ਵਿੱਚ ਬਖਤਰਬੰਦ ਗੱਡੀ ਗਾਰਡ ਪਿੱਛੇ ਛੱਡ ਕੇ 29 ਮਈ ਲਗਭਗ ਨਿਹੱਥਾ ਘਰੋਂ ਨਿਕਲ ਜਾਂਦਾ। ਕੀ ਪਤਾ ਕਦੋਂ ਉਹਦੇ ਅੰਦਰਲਾ ਕਲਾਕਾਰ ਇਸੇ ਜਵਾਨੀ ਨੂੰ ਉਹ ਸਭ ਕੁਝ ਠੀਕ ਕਰਨ ਵੱਲ ਜਿਹੜੀਆਂ ਲੋਕ ਗੱਲਾਂ ਹੀ ਕਰਦੇ ਆ ਰਹੇ ਨੇ ਅਛੋਪਲੇ ਤੋੜ ਲੈਂਦਾ। ਜੇ ਰੱਬ ਉਹਨੂੰ ਹੋਰ ਜਿਉਣ ਦਿੰਦਾ ਇਹ ਹੋ ਸਕਦਾ ਸੀ। ਸਾਰਾ ਸਿੰਘ ਜੀ, ਥੈਂਕ ਯੂ। ਮੈਂ ਨਹੀਂ ਹੁਣ ਬੋਲਾਂਗਾ ਕੁਛ, ਤੁਸੀਂ ਕਲੋਜ਼ ਹੀ ਇੰਨੇ ਪਿਆਰ ਨਾਲ ਕੀਤਾ ਹੈਗਾ। ਗ੍ਰੇਟ, ਥੈਂਕ ਯੂ, ਐਪਰੀਸ਼ੀਏਟ ਫॉर दैट, ਥੈਂਕ ਯੂ ਐਵਰੀਬਾਡੀ।